ਕਿਰਪਾਲ ਕਰੇ ਨਿਤ ਸੰਤ ਬਾਰਗਨੀ ਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਰਾਧਕ ਸਰਬ ਸਮੈ ਸਭ ਕੋ ਪ੍ਰਤਪਾਰੈ। ਭੋਖਤ ਹੈ ਜਲ ਮੈਂ ਥਲ ਮੈਂ ਕਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨਤਾ ਦੇ ਯੋਗ ਹੋ। ਜਿਨ੍ਹਾਂ ਨੂੰ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਪ੍ਰਬੰਧਕ ਜਨਾਂ ਇਲਾਕਾ ਨਿਵਾਸੀ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰੰਥੀ ਸਥਾਪਨਾ ਦਿਵਸ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੋ ਕਿ ਆਗਰੇ ਗੁਰੂ ਕੇ ਤਾਲ ਵਾਲੇ ਮਹਾਂਪੁਰਸ਼ਾਂ ਵੱਲੋਂ ਸੇਵਾ ਚੱਲ ਰਹੀ ਹੈ। ਇਸ ਅਸਥਾਨ 'ਤੇ ਇਹ ਪਵਿੱਤਰ ਦਿਹਾੜੇ ਮਨਾਏ ਜਾ ਰਹੇ ਹਨ। ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਸ੍ਰੀ ਨਾਨਕ ਮਤਾ ਸਾਹਿਬ ਤੋਂ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤ ਦੇ ਦਰਸ਼ਨ ਕੀਤੇ। ਪਾਤਸ਼ਾਹ ਜੀ ਦੇ ਬਚਨ ਹਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸੱਚਾ ਸੋਏ। ਸਤਿਗੁਰ ਕੀ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਐਸੇ ਦੀਨ ਦਿਆਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਮਹਾਨ ਪਰਉਪਕਾਰ ਕੀਤਾ।
ਸਤਿਗੁਰਾਂ ਦੀ, ਵੱਡੇ ਸਤਿਗੁਰਾਂ ਦੀ, ਹੋਰ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਇਆ। ਔਰ ਸਿੱਖ ਜਗਤ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਮਹਾਨ ਨਿਰਮਲ ਆਤਮਾ, ਪਵਿੱਤਰ ਆਤਮਾ ਦੀ ਇਸ ਸੇਵਾ ਦੇ ਵਾਸਤੇ ਚੋਣ ਕੀਤੀ, ਕਿਉਂਕਿ ਬਾਬਾ ਜੀ ਦਾ ਜੋ ਮਿਲਾਪ ਸੀ ਬਚਪਨ ਦੇ ਵਿੱਚ ਹੀ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਇਆ ਸੀ। ਉਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ, ਜੀਵਨ ਨੂੰ ਸਫਲਾ ਬਣਾਉਣ ਦੀ ਜੁਗਤ ਆਸਾਨ ਬੋਲੀ ਦੇ ਵਿੱਚ ਮੈਨੂੰ ਸਮਝਾਉਣਾ ਕਰੋ। ਜੋ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਚਨ ਕੀਤੇ ਸਨ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਕਲਮਬੰਦ ਕੀਤਾ ਹੈ। ਕਹਿੰਦੇ ਸੁਰਤ ਗਊ ਦੀ ਵੱਛੇ ਅੰਦਰ ਜਿਚਰ ਸਦਾ ਰਹਾਵੇ, ਜਦ ਉਹ ਚਰਨ ਬਾਹਰ ਨੂੰ ਜਾਵੇ ਮੁੜ ਸੰਝਾਂ ਘਰ ਆਵੇ। ਕਹਿੰਦੇ ਗਊ ਜਿਹੜੀ ਹੈ ਨਾ ਕਈ ਕੋ ਚਰਨ ਵਾਸਤੇ ਜਾਂਦੀ ਹੈ, ਪਰ ਉਹਦੀ ਸੁਰਤ ਜਿਹੜੀ ਹੈ ਨਾ ਉਹ ਆਪਣੇ ਵੱਛੇ ਦੇ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਆਪਣਾ ਧਿਆਨ, ਆਪਣੀ ਸੁਰਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਲਗਾ ਕੇ ਰੱਖਣੀ। ਜਿਵੇਂ ਭਗਤ ਨਾਮਦੇਵ ਜੀ ਦੇ ਵੀ ਬਚਨ ਹਨ, ਆਨੀ ਲੈ ਕਾਗਦ ਕਾਟੀ ਲੈ ਗੋਡੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ, ਆਨੀ ਲੈ ਕੁੰਭ ਭਰਾਈ ਲੈ ਊਦਕ ਰਾਜ ਕੁਆਰ ਪੁਰੰਦਰੀਏ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਫਿਰ ਭਗਤ ਜੀ ਨੇ ਬਚਨ ਕੀਤੇ, ਮੰਦਰ ਏਕ ਦਵਾਰ 10 ਜਾ ਕੇ, ਗਊ ਚਰਾਵਨ ਛਾਡੀ ਅਲੇ, 5 ਕੋਸ ਪਰ ਗਊ ਚਰਾਵਤ, ਚੀਤ ਸੋ ਬਛਰਾ ਰਾਖੀ ਅਲੇ। ਕਹਿਤ ਨਾਮ ਦਿਓ ਸੁਨੋ ਤਿਲੋਚਨ, ਬਾਲਕ ਪਾਲਨ ਪੌਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਿਕ ਰਾਖੀ ਅਲੇ। ਜਿਤਨੇ ਵੀ ਪ੍ਰਮਾਣ ਦਿੱਤੇ ਉਹਨਾਂ ਸੁਰਤ ਦੇ ਉੱਪਰ ਹੀ ਦਿੱਤੇ ਹਨ। ਜਿਨ੍ਹਾਂ ਨੂੰ ਅੰਤਰਮੁਖ ਹੋਣਾ ਆ ਜਾਂਦਾ ਹੈ, ਨਾ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਕਾਰ ਵਿਹਾਰ ਬਾਧਾ ਬਣਦੇ ਹਨ, ਨਾ ਪਰਿਵਾਰ ਬਾਧਕ ਬਣਦਾ ਹੈ, ਨਾ ਸੰਸਾਰ ਕੋਈ ਬਾਧਕ ਬਣਦਾ ਹੈ। ਉਹ ਆਪਣੇ ਕਾਰ ਵਿਹਾਰ ਕਰਦਿਆਂ ਹੋਇਆਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪਣਾ ਧਿਆਨ ਜੋੜ ਲੈਂਦੇ ਹਨ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਵੀ ਫਰਮਾਇਆ ਹੈ, ਜਾਹਰਦਾਰੀ ਮਾਇਲੇ ਫਰਜੰਦੋ ਜਨ, ਦਰ ਹਕੀਕਤ ਬਾਖ ਦਾਏ ਖੇਸ ਤਨ। ਕਹਿੰਦੇ ਦਿਖਾਈ ਤੇ ਪੈਂਦੇ ਹਨ ਕਿ ਗ੍ਰਸਤੀ ਹਨ, ਪਰਿਵਾਰ ਵਾਲੇ ਹਨ, ਬੱਚਿਆਂ ਵਾਲੇ ਹਨ, ਪਰ ਕਹਿੰਦੇ ਹਕੀਕਤ ਇਹ ਹੈ ਕਿ ਸਾਰਾ ਕੁਝ ਹੁੰਦਿਆਂ ਸੁਣਦਿਆਂ ਫਿਰ ਵੀ ਇਹ ਐਸੇ ਸਤਿਪੁਰਸ਼ ਇਹਨਾਂ ਦੇ ਵਿੱਚੋਂ ਨਿਰਲੇਪ ਹਨ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ।
ਕਿਉਂਕਿ ਇਹ ਬੜੀ ਪਵਿੱਤਰ ਧਰਤੀ ਹੈ। ਸ੍ਰੀ ਨਾਨਕ ਮਤਾ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਕਈ ਵਾਰੀ ਵਾਰਤਾ ਕੀਤੀ ਹੈ। ਕਦੇ ਹਜ਼ੂਰ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਸੁਮੇਰ ਪਰਬਤ ਤੇ ਵਾਰਤਾ ਕਰਦੇ ਹਨ, ਕਦੇ ਮਹਾਰਾਜ ਸੱਚੇ ਪਾਤਸ਼ਾਹ ਅਚਲ ਸਾਹਿਬ ਬਟਾਲਾ ਵਿਖੇ ਸਿੱਧਾਂ ਦੇ ਨਾਲ ਵਾਰਤਾ ਕਰਦੇ ਹਨ, ਜਿੱਥੇ ਉਹਨਾਂ ਨੇ ਆਖਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸਾਂ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ। ਮਹਾਰਾਜ ਜੀ ਨੇ ਬਚਨ ਕੀਤੇ ਸਨ, ਬਾਬਾ ਆਖੇ ਭੰਗਰ ਨਾਥ ਤੇਰੀ ਮਾਓ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਈ। ਮਹਾਰਾਜ ਜੀ ਨੇ ਕਈ ਵਾਰੀ ਵਾਰਤਾ ਕੀਤੀ। ਜਿਹੜੇ ਫਿਰ ਉੱਥੇ ਆਏ ਸਨ ਰਾਸਾਂ ਪਾਉਣ ਵਾਲੇ, ਉਹਨਾਂ ਨੂੰ ਵੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਮੱਤ ਦਿੱਤੀ। ਵਾਇਨ ਚੇਲੇ ਨੱਚਨ ਗੁਰ ਪੈਰ ਹਿਲਾਇਨ ਫੇਰ ਨਸਿਰ, ਉੱਠ ਉੱਠ ਰਾਵਾ ਝਾਟੈ ਪਾਏ, ਵੇਖੈ ਲੋਕ ਹੱਸੈ ਘਰ ਜਾਏ। ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕੌਣ, ਗਾਵਣ ਸੀਤਾ ਰਾਜੇ ਰਾਮ। ਮਹਾਰਾਜ ਨੇ ਆਖਿਆ ਤੁਸੀਂ ਸਵਾਂਗ ਤਾਂ ਬੜੇ ਬੜੇ ਦੇਵਤਿਆਂ ਦੇ ਬਣਾਏ ਹਨ, ਪਰ ਤੁਹਾਡੀ ਸੁਰਤ ਜਿਹੜੀ ਹੈ ਨਾ ਉਹ ਤਾਂ ਮਾਇਆ ਦੇ ਵਿੱਚ ਹੀ ਭੁੱਲੀ ਹੋਈ ਹੈ। ਜਿਵੇਂ ਬਚਨ ਵੀ ਕੀਤੇ ਸਨ, ਭਗਤੀਆਂ ਪਾਈ ਭਗਤ ਆਣ, ਲੋਟੇ ਅੰਦਰ ਸੁਰਤ ਭੁਲਾਈ। ਇਸ ਸਥਾਨ ਤੇ ਵੀ ਸ੍ਰੀ ਨਾਨਕ ਮਤਾ ਸਾਹਿਬ ਦੇ ਅਸਥਾਨ ਤੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਬਹੁਤ ਸਾਰੀ ਵਾਰਤਾ ਕੀਤੀ, ਬਚਨ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਬਾਣੀ ਹੈ ਜਿਸ ਦਾ ਨਾਮ ਹੈ ਸਿੱਧ ਗੋਸ਼ਟ। ਸਿੱਧਾਂ ਦੇ ਸਵਾਲ ਹਨ, ਸਤਿਗੁਰੂ ਪਾਤਸ਼ਾਹ ਜੀ ਦੇ ਜਵਾਬ ਹਨ। ਉਹਨਾਂ ਪੁੱਛਿਆ ਸੀ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਮਹਾਰਾਜ ਜੀ ਨੇ ਉੱਤਰ ਦਿੱਤਾ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਮੂਲ ਰੂਪ ਦੇ ਵਿੱਚ ਮਹਾਰਾਜ ਨੇ ਸਮਝਾਇਆ ਵੀ ਇਹ ਬਰਕਤ ਜੀਵਨ ਦੇ ਵਿੱਚ ਤਾਂ ਹੀ ਆ ਸਕਦੀ ਹੈ ਜੇਕਰ ਆਪਾਂ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਾਂਗੇ, ਵੈਸੇ ਨਹੀਂ ਆ ਸਕਦੀ ਹੈ, ਗੱਲਾਂ ਬਾਤਾਂ ਦੇ ਨਾਲ ਨਹੀਂ ਆ ਸਕਦੀ ਹੈ। ਧਿਆਨ ਜੁੜੇਗਾ। ਧੰਨ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਜਿਹਦਾ ਜ਼ਿੰਦਗੀ ਦੇ ਵਿੱਚ ਇੱਕ ਸੈਕਿੰਡ ਵਾਸਤੇ ਵੀ ਧਿਆਨ ਜੁੜ ਜਾਂਦਾ ਹੈ, ਮਾਲਕ ਉਹਦੇ ਵਾਸਤੇ ਕੋਈ ਨਾ ਕੋਈ ਵਿਧ ਫਿਰ ਬਣਾਈ ਜਾਂਦੇ ਹਨ, ਉਹ ਕਾਲ ਦੀ ਫਾਹੀ ਦੇ ਵਿੱਚ ਨਹੀਂ ਪੈਂਦਾ ਹੈ। ਏਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਹਨ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਕੁਲਾ ਬਧੂ ਅੰਗ ਰਚਤ ਸ਼ਿੰਗਾਰ ਖੋੜਸ, ਤੇ ਗਨਕਾ ਰਚਤ ਸਗਲ ਸ਼ਿੰਗਾਰ ਜੀ। ਕਹਿੰਦੇ ਹਾਰ ਸ਼ਿੰਗਾਰ ਵੇਸਵਾ ਵੀ ਕਰਦੀ ਹੈ, ਹਾਰ ਸ਼ਿੰਗਾਰ ਇੱਕ ਸੁਹਾਗਣ ਵੀ ਕਰਦੀ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਵੇਸ਼ਵਾ ਦੇ ਹਾਰ ਸ਼ਿੰਗਾਰ ਵਿੱਚ ਅਤੇ ਸੁਹਾਗਣ ਦੇ ਹਾਰ ਸ਼ਿੰਗਾਰ ਦੇ ਵਿੱਚ ਬਹੁਤ ਅੰਤਰ ਹੈ। ਇਸੇ ਤਰ੍ਹਾਂ ਖਾਂਦੇ ਪੀਂਦੇ ਪਹਿਨਦੇ ਗੁਰਮੁਖ ਵੀ ਹਨ ਅਤੇ ਖਾਂਦੇ ਪੀਂਦੇ ਪਹਿਨਦੇ ਮਨਮੁਖ ਵੀ ਹਨ। ਕਹਿੰਦੇ ਉਹਨਾਂ ਦੇ ਜੀਵਨ ਵਿੱਚ ਅਤੇ ਗੁਰਮੁਖਾਂ ਦੇ ਜੀਵਨ ਦੇ ਵਿੱਚ ਬਹੁਤ ਫਰਕ ਹੈ, ਬਹੁਤ ਅੰਤਰ ਹੈ। ਕੁਲਾ ਬਧੂ ਸੇਜਾ ਸਮੈ ਰਮੈ ਪਧਾਰ, ਏਕ ਬੇਸ਼ਵਾ ਅਨੇਕ ਸੈ ਕਰਤ ਬਿਵਚਾਰ ਜੀ। ਕੁਲਾ ਬਧੂ ਸੰਗਮ ਸੁਜਸ ਨਿਰਦੋਖ ਮੋਖ,
ਬੇਸਵਾ ਪਰਸਤ ਅਪ ਜਸ ਹੋਏ ਬਿਕਾਰ ਜੀ। ਕਹਿੰਦੇ ਤੈਸੇ ਗੁਰ ਸਿੱਖਨ ਕੋ ਪਰਮ ਪਵਿੱਤਰ ਮਾਇਆ, ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ। ਗੱਲ ਸੀਮਾ ਦੀ ਹੈ। ਪਾਣੀ ਸੀਮਾ ਦੇ ਵਿੱਚ ਹੋਵੇ, ਕਈ ਤਰ੍ਹਾਂ ਦੇ ਕਾਜ ਸਵਾਰਦਾ ਹੈ। ਡੈਮ ਬਣ ਜਾਂਦੇ ਹਨ, ਬਿਜਲੀ ਪੈਦਾ ਹੋ ਜਾਂਦੀ ਹੈ, ਕਈ ਕੰਮ ਸਵਾਰੇ ਜਾਂਦੇ ਹਨ। ਪਵਨ ਨੂੰ ਸੀਮਾ ਦੇ ਵਿੱਚ ਕਰ ਲਈਏ, ਕਿਤਨੇ ਕਾਜ ਸਵਾਰੇ ਜਾਂਦੇ ਹਨ। ਪੱਖੇ ਚੱਲਦੇ ਹਨ, ਕੂਲਰ ਚੱਲਦੇ ਹਨ, ਏਸੀ ਚੱਲਦੇ ਹਨ, ਹੋਰ ਕਈ ਤਰ੍ਹਾਂ ਦੇ ਕੰਮ ਸਵਾਰੇ ਜਾਂਦੇ ਹਨ। ਅਗਨ ਨੂੰ ਸੀਮਾ ਦੇ ਵਿੱਚ ਕਰ ਲਿਆ ਜਾਵੇ, ਕਿੰਨੇ ਕਾਜ ਸਵਾਰਦੀ ਹੈ। ਪਰ ਇਹੀ ਪਵਨ, ਇਹੀ ਅਗਨ ਜੇ ਸੀਮਾ ਤੋਂ ਬਾਹਰ ਹੋ ਜਾਣ, ਫਿਰ ਕਿਤਨਾ ਵਿਗਾੜ ਕਰਦੀ ਹੈ। ਮਹਾਰਾਜ ਕਹਿੰਦੇ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ, ਜਿਹੜੇ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਨ, ਉਹਨਾਂ ਦਾ ਜੀਵਨ ਇੱਕ ਸੀਮਾ ਦੇ ਵਿੱਚ ਆ ਜਾਂਦਾ ਹੈ। ਇਹ ਸ਼ਬਦ ਸੁਰਤ ਦੇ ਅਭਿਆਸ ਦੀ ਬਰਕਤ ਹੈ। ਵੈਸੇ ਨਹੀਂ ਆ ਸਕਦਾ ਹੈ ਜੇਕਰ ਸ਼ਬਦ ਸੁਰਤ ਦਾ ਅਭਿਆਸ ਨਾ ਕਰੀਏ। ਵੈਸੇ ਇਹ ਜੀਵਨ ਜੁਗਤ ਝੋਲੀ ਦੇ ਵਿੱਚ ਨਹੀਂ ਪੈ ਸਕਦੀ ਹੈ। ਭਾਈ ਸਾਹਿਬ ਜੀ ਕਹਿੰਦੇ ਤੈਸੇ ਗੁਰਸਿੱਖਨ ਕੋ ਪਰਮ ਪਵਿੱਤਰ ਮਾਇਆ, ਸੋਈ ਦੁਖਦਾਇਕ ਹੋਏ ਦਹਿਤ ਸੰਸਾਰ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੈਸੀ ਮਹਾਨ ਨਿਰਮਲ ਪਵਿੱਤਰ ਆਤਮਾ ਦੀ ਚੋਣ ਕੀਤੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾਸ ਨੂੰ ਬੜੀ ਪ੍ਰਸੰਨਤਾ ਵੀ ਹੁੰਦੀ ਹੈ ਕਿ ਬਾਬਾ ਜੀ ਦੇ ਨਾਮ ਦੇ ਉੱਪਰ ਸੁਸਾਇਟੀ ਬਣੀ ਹੈ, ਸਭਾ ਬਣੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਦੇ ਉੱਪਰ ਜਿੱਥੇ ਸਤਿਪੁਰਸ਼ਾਂ ਦੇ ਚਰਨ ਪਾਏ ਹੋਏ ਹੁੰਦੇ ਹਨ, ਉੱਥੇ ਵੀ ਬਰਕਤਾਂ ਪੈਂਦੀਆਂ ਹਨ। ਜਿੱਥੇ ਨਾਮ ਹੀ ਚਰਨ ਪਾਏ ਹੋਏ ਹੋਣ, ਵੈਸੇ ਵੀ ਜਿੱਥੇ ਕਿਸੇ ਸਤਿਪੁਰਸ਼ ਨੂੰ ਯਾਦ ਕੀਤਾ ਜਾਂਦਾ ਹੈ ਨਾ, ਉਹਨਾਂ ਦੀਆਂ ਬਰਕਤਾਂ ਅਸੀਸਾਂ ਉੱਥੇ ਵੀ ਵਰਤਦੀਆਂ ਹਨ। ਦਾਸ ਇਹ ਮਹਿਸੂਸ ਕਰਦਾ ਹੈ ਕਿ ਵਾਕਿਆ ਹੀ ਬਾਬਾ ਜੀ ਦੀਆਂ ਬਰਕਤਾਂ ਵਰਤਦੀਆਂ ਹਨ ਗੁਰਸਿੱਖਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਨਾਮ ਦੇ ਉੱਪਰ ਹੈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਨਾ ਵੀ ਤੁਹਾਥੋਂ ਮੈਂ ਕਦੇ ਓਹਲੇ ਨਾ ਹੋਸਾਂ। ਤੁਹਾਡੇ ਅੱਗੇ ਕੋਈ ਪਰਦਾ ਨਹੀਂ ਹੈ, ਮੈਂ ਜਿੱਥੇ ਵੀ ਹੋਵਾਂਗਾ ਤੁਸੀਂ ਲੱਭ ਲਓਗੇ। ਔਰ ਜਿਸ ਵਕਤ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਖਡੂਰ ਸਾਹਿਬ ਜੀ ਦੀ ਧਰਤੀ ਤੇ ਮਹਾਰਾਜ ਗੁਪਤਵਾਸ ਸਨ, ਸੰਗਤਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਨੇ ਤੁਹਾਡੇ ਨਾਲ ਬਚਨ ਕੀਤਾ ਹੈ। ਆਖਣ ਲੱਗੇ ਸਤਿਗੁਰ ਦੇ ਨਾਲ ਸੰਬੰਧ ਜੋੜਨ ਵਾਸਤੇ ਕੇਵਲ ਸ਼ਬਦ ਹੀ ਕਾਰਗਰ ਸਹਾਇਕ ਹੋ ਸਕਦਾ ਹੈ। ਸਤਿਪੁਰਸ਼ਾਂ ਦੀ ਇਹ ਖਾਸੀਅਤ ਹੁੰਦੀ ਹੈ, ਗੁਰਮੁਖ ਰੋਮ ਰੋਮ ਹਰਿ ਧਿਆਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਉਹਨਾਂ ਦੇ ਰੋਮ ਰੋਮ ਦੇ ਵਿੱਚ ਬ੍ਰਹਮ ਗਿਆਨ ਹੁੰਦਾ ਹੈ, ਨਾਮ ਹੁੰਦਾ ਹੈ, ਪਰ ਆਪਣੇ ਆਪ ਨੂੰ ਅੱਗੇ ਨਹੀਂ ਕਰਦੇ ਹਨ, ਹਮੇਸ਼ਾ ਗੁਰੂ ਨੂੰ ਅੱਗੇ ਕਰਦੇ ਹਨ, ਸ਼ਬਦ ਨੂੰ ਅੱਗੇ ਕਰਦੇ ਹਨ। ਆਪਣੇ ਨਾਲ ਨਹੀਂ ਜੋੜਦੇ ਹਨ, ਗੁਰੂ ਦੇ ਨਾਲ ਜੋੜਦੇ ਹਨ, ਪਰਮਾਤਮਾ ਦੇ ਨਾਲ ਹੀ ਜੋੜਦੇ ਹਨ। ਆਖਿਆ ਸ਼ਬਦ ਗਾਓ, ਮਹਾਰਾਜ ਦੇ ਦਰਵਾਜ਼ੇ ਦੇ ਉੱਪਰ ਬੈਠ ਕੇ ਸਤਿਗੁਰੂ ਪ੍ਰਗਟ ਹੋ ਜਾਣਗੇ। ਇਹ ਜੁਗਤ ਹੈ ਸਤਿਗੁਰੂ ਨੂੰ ਪ੍ਰਗਟ ਕਰਨ ਵਾਸਤੇ, ਪਰਮੇਸ਼ਰ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਦੇ ਦਰਵਾਜ਼ੇ ਤੇ ਬੰਦਾ ਬੈਠ ਜਾਵੇ। ਦਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਸੰਗਤਾਂ ਨੂੰ ਲੈ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਵਾਜ਼ੇ ਦੇ ਵਿੱਚ ਬੈਠ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੰਦਰੋਂ ਦਰਵਾਜ਼ਾ ਖੋਲ੍ਹ ਦਿੱਤਾ। ਵਾਕਿਆ ਹੀ ਸਤਿਪੁਰਸ਼ ਕਮਾਈ ਵਾਲੇ, ਉਹਨਾਂ ਦੇ ਵਚਨ ਹਨ ਕਿ 9 ਦਰਵਾਜ਼ੇ ਬਾਹਰੋਂ ਖੁੱਲ੍ਹਦੇ ਹਨ, 10ਵਾਂ ਅੰਦਰੋਂ ਹੀ ਖੁੱਲ੍ਹਦਾ ਹੈ, ਬਾਹਰੋਂ ਕੋਈ ਨਹੀਂ ਖੁੱਲ੍ਹਦਾ।
ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਸਤਿਗੁਰ ਮਿਹਰ ਕਰਨ ਤਾਂ ਅੰਦਰੋਂ ਖੋਲਦੇ ਹਨ। ਨੌ ਘਰ ਦੇਖ ਜੋ ਕਾਮਨ ਭੁੱਲੀ, ਬਸਤ ਅਨੂਪ ਨਾ ਪਾਈ। ਕਹਿ ਕਬੀਰ ਨਵੇਂ ਘਰ ਮੂਸੇ, ਦਸਵੇਂ ਤਤ ਸਮਾਈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ। ਉਹਨਾਂ ਆਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੋਈ ਉਪਦੇਸ਼ ਦਿਓ। ਸਤਿਗੁਰੂ ਜੀ ਨੇ ਬਚਨ ਕੀਤਾ, ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ। ਤਿਨ ਕੋ ਕਿਆ ਉਪਦੇਸੀਆ, ਜਿਨ ਗੁਰ ਨਾਨਕ ਦੇਓ। ਬਾਬਾ ਬੁੱਢਾ ਸਾਹਿਬ ਜੀ ਦਾ ਦੇਖੋ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਨਮਾਨ ਚੱਲਦਾ ਆਇਆ ਹੈ। ਕੋਈ ਆਮ ਹਸਤੀ ਨਹੀਂ ਹਨ। ਕੈਸੀ ਚੋਣ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ। ਜਿਸ ਵਕਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਤੂ ਜੀ ਦੇ ਲੱਤ ਮਾਰਨ ਦੇ ਨਾਲ ਸੰਨ ਸਾਹਿਬ ਵਿਖੇ ਜਾ ਕੇ ਗੁਪਤਵਾਸ ਹੋ ਜਾਂਦੇ ਹਨ, ਉਸ ਵਕਤ ਵੀ ਸੰਗਤਾਂ ਨੇ ਬੇਨਤੀ ਕੀਤੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ। ਆਖਣ ਲੱਗੇ, ਮਹਾਰਾਜ ਜੀ ਦੀ ਘੋੜੀ ਖੋਲ ਦਿਓ, ਜਿੱਧਰ ਨੂੰ ਸਵਾਰੀ ਜਾਵੇਗੀ ਸਵਾਰ ਵੀ ਉੱਥੇ ਹੀ ਲੱਭ ਪੈਣਗੇ। ਫਿਰ ਵੀ ਆਪਣੇ ਨਾਲ ਨਹੀਂ ਜੋੜਿਆ ਹੈ। ਐਸੀ ਜੁਗਤ ਬਾਬਾ ਜੀ ਨੇ ਕੱਢਣਾ ਕੀਤੀ। ਔਰ ਜਿਸ ਵਕਤ ਅੱਗੇ ਲਿਖਿਆ ਹੋਇਆ ਸੀ ਵੀ ਕੋਈ ਦਰਵਾਜ਼ਾ ਨਾ ਖੋਲੇ, ਜਿਹੜਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਇਸ ਤਰ੍ਹਾਂ ਦੇ ਕਰੜੇ ਬਚਨ ਲਿਖੇ ਹੋਏ ਸਨ। ਬਾਬਾ ਜੀ ਨੇ ਫਿਰ ਸੰਨ ਲਗਾਈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਰਾਜ਼ ਨਹੀਂ ਹੋਏ ਹਨ। ਬਚਨ ਕੀਤੇ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਉਹਨਾਂ ਨੂੰ ਅੰਕਿਤ ਕੀਤਾ ਹੈ। ਗੁਰ ਸਿੱਖੀ ਕੋ ਬੋਹਿਥ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਬੇੜਾ ਇਕੱਲਾ ਜਾਣਾ ਹੋਵੇ ਨਾ, ਕਿ ਨਦੀ ਤੇ ਪਾਰ ਹੋਣਾ ਹੋਵੇ, ਇਕੱਲਾ ਵੀ ਜਾ ਸਕਦਾ ਹੈ, ਪਰ ਜੇ ਉਹਦੇ ਵਿੱਚ ਕੁਝ ਵਜਨ ਲੱਤ ਦਿੱਤਾ ਜਾਵੇ ਉਸ ਨੂੰ ਵੀ ਨਾਲ ਲੈ ਜਾਂਦਾ ਹੈ। ਸਤਿਪੁਰਸ਼ ਆਪ ਵੀ ਤਰਦੇ ਹਨ, ਹੋਰਨਾਂ ਨੂੰ ਵੀ ਤਾਰਦੇ ਹਨ, ਕਿਉਂਕਿ ਇਹ ਜਹਾਜ਼ ਸਤਿਗੁਰਾਂ ਨੇ ਕਿਰਪਾ ਕਰਕੇ ਜਹਾਜ਼ ਦਾ ਦਰਜਾ ਆਪਣੇ ਗੁਰਸਿੱਖਾਂ ਨੂੰ ਦਿੱਤਾ। ਸਤਿਗੁਰ ਸਾਹਮਣੇ ਗਰੀਬ ਨਿਵਾਜੂ, ਆਪ ਡੁਬਤ ਸੇ ਕਰੇ ਜਹਾਜੂ। ਜਿਨ੍ਹਾਂ ਨੂੰ ਆਪ ਹੀ ਤਰਨਾ ਨਹੀਂ ਆਉਂਦਾ, ਮਹਾਰਾਜ ਨੇ ਉਹਨਾਂ ਨੂੰ ਜਹਾਜ਼ ਦਾ ਦਰਜਾ ਦੇ ਦਿੱਤਾ ਵੀ ਇਹ ਹੋਰਨਾਂ ਨੂੰ ਵੀ ਤਾਰਨਗੇ। ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ, ਗੁਰਸਿੱਖੀ ਕੋ ਬੋਹਿਥ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਸਿੱਖੀ ਅਵਦ ਨ ਇਸਤੇ ਪਰੈ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੀ ਅਵਧੀ ਹਨ, ਸਿੱਖੀ ਦੀ ਅਖੀਰ ਹਨ, ਇਹਨਾਂ ਤੋਂ ਪਰੇ ਹੋਰ ਕੋਈ ਸਿੱਖੀ ਨਹੀਂ। ਨਾਮ ਲੀਏ ਗਨ ਬਿਗਨ ਸੋ ਟਰੈ। ਜਿਹੜੇ ਪਿਆਰ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਹੀ ਲੈਣਗੇ ਨਾ, ਉਹਨਾਂ ਦੇ ਕਈ ਵਿਘਨਾਂ ਦਾ ਨਾਸ਼ ਹੋ ਜਾਵੇਗਾ। ਦੇਖੋ ਬਰਕਤ ਹੁੰਦੀ ਹੈ ਨਾਵਾਂ ਦੇ ਵਿੱਚ। ਪਰਮੇਸ਼ਰ ਦਾ ਨਾਮ ਲਈਏ, ਗੁਰੂ ਦਾ ਨਾਮ ਲਈਏ, ਗੁਰੂ ਦੀ ਸੂਰਤ ਜਦ ਹਿਰਦੇ ਵਿੱਚ ਆ ਜਾਂਦੀ ਹੈ, ਫਿਰ ਪਾਪਾਂ ਵਾਲੇ ਸੰਸਕਾਰ ਬਾਹਰ ਨਿਕਲ ਜਾਂਦੇ ਹਨ। ਔਰ ਕਮਾਈ ਵਾਲੇ ਮਹਾਂਪੁਰਸ਼ਾਂ ਦੇ, ਸਤਿਪੁਰਸ਼ਾਂ ਦੇ ਬਚਨ ਹਨ, ਕਿਸੇ ਨਿਰਮਲ ਆਤਮਾ ਦਾ ਵੀ ਧਿਆਨ ਅੰਦਰ ਨਹੀਂ ਆਉਂਦਾ ਹੈ। ਚੰਗੀ ਕਿਸਮਤ ਹੋਵੇ ਫੇਰ ਆਉਂਦਾ ਹੈ। ਜਦ ਕਿਸੇ ਕਮਾਈ ਵਾਲੀ ਆਤਮਾ ਦਾ ਵੀ ਧਿਆਨ ਆ ਜਾਵੇ ਨਾ ਬੰਦੇ ਦੇ ਅੰਦਰ, ਬੰਦੇ ਦੇ ਕਈ ਤਰ੍ਹਾਂ ਦੇ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਹੋਰ ਤਰ੍ਹਾਂ ਤਰ੍ਹਾਂ ਦੇ ਵਿਚਾਰ ਅੰਦਰ ਚੱਲਦੇ ਰਹਿੰਦੇ ਹਨ। ਸਤਿਪੁਰਸ਼ਾਂ ਦਾ ਵਿਚਾਰ, ਉਹਨਾਂ ਦਾ ਧਿਆਨ ਭਾਗਾਂ ਦੇ ਨਾਲ ਆਉਂਦਾ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਲਿਖਿਆ ਹੈ, ਖਾਲਸੇ ਕਾ ਹੋ ਧਰੋ ਧਿਆਨ। ਮੈਂ ਖਾਲਸੇ ਦਾ ਧਿਆਨ ਧਰਦਾ ਹਾਂ।
ਇੱਕ ਜਿਗਿਆਸੂ ਰੂਪ ਹੋ ਕੇ ਮਹਾਰਾਜ ਜੀ ਨੇ ਪੂਰਨੇ ਪਾਏ ਹਨ। ਕਿਸੇ ਚੰਗੀ ਆਤਮਾ ਦਾ ਧਿਆਨ ਧਰਨਾ ਚਾਹੀਦਾ, ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਐਸੀਆਂ ਬਰਕਤਾਂ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਬਹੁਤ ਸਾਰੀ ਆਪਣੇ ਜੀਵਨ ਕਾਲ ਦੇ ਵਿੱਚ ਸੇਵਾ ਕੀਤੀ, ਸਿਮਰਨ ਕੀਤਾ, ਸੇਵਾ ਕਰਵਾਈ, ਸਿਮਰਨ ਕਰਵਾਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹ ਬੇਰ ਸਾਹਿਬ ਵੀ ਮੌਜੂਦ ਹੈ, ਜਿਹਦੇ ਹੇਠਾਂ ਬੈਠ ਕੇ ਬਾਬਾ ਜੀ ਸੇਵਾ ਕਰਵਾਇਆ ਕਰਦੇ ਸਨ। ਇਸੇ ਪ੍ਰਕਾਰ ਜਿਹੜਾ ਦਿਹਾੜਾ ਆਪ ਜੀ ਮਨਾ ਰਹੇ ਹੋ, ਉਹ ਸਮਾਂ ਆਉਂਦਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਵੀ ਜਿਹੜੇ ਸਾਰੀਆਂ ਦੀਆਂ ਸੋਚਾਂ ਨੂੰ ਕੱਟਣ ਵਾਲੇ ਹਨ, ਸਾਰੀ ਰਾਤ ਸੋਚਦੇ ਰਹੇ। ਜਿਸ ਤਰ੍ਹਾਂ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤਿਆਰ ਹੋ ਗਏ ਹਨ, ਗ੍ਰੰਥੀ ਸਿੰਘ ਦੀ ਸੇਵਾ ਕਿਸ ਨੂੰ ਦਿੱਤੀ ਜਾਵੇ। ਬੜੇ ਸੁੰਦਰ ਬਚਨ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਹਨ। ਬੇਦੀ ਤਰੇਹਣ ਭੱਲੇ ਬੰਸ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ ਦੀ ਅੰਸ ਬੰਸ, ਸੋਢੀ ਜੇ ਕੁਲ ਕੇ ਅਵਤੰਸ਼। ਫਿਰ ਗੁਰੂ ਰਾਮਦਾਸ ਜੀ ਦੀ ਅੰਸ ਬੰਸ ਵਾਲੇ ਸਾਰੇ ਮੌਜੂਦ ਸਨ। ਸਾਧ ਸੰਗਤ ਜੀ ਦੀ ਗ੍ਰੰਥੀ ਦੀ ਸੇਵਾ ਉਹਨਾਂ ਨੂੰ ਨਾ ਮਿਲੀ। ਸਤਿਗੁਰਾਂ ਦੀ ਕਿੰਨੀ ਕਿਰਪਾ ਹੋਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ। ਆਖਿਆ ਨਿਜ ਨਿਜ ਕੁਲ ਕੋ ਇਨ ਹੰਕਾਰਾ, ਕਰ ਨਾ ਸਕੈ ਸੇਵ ਉਦਾਰਾ। ਇਹਨਾਂ ਨੂੰ ਆਪਣੀ ਕੁਲ ਦਾ ਮਾਣ ਹੋਵੇਗਾ, ਇਹ ਪਿਆਰ ਨਾਲ ਸੇਵਾ ਨਹੀਂ ਨਿਭਾ ਸਕਣਗੇ। ਇਹ ਸੇਵਕ ਕੀ ਵਸਤ ਸਦੀਵਾ, ਨਿਰਹੰਕਾਰ ਜਿਨੋ ਮਨ ਨੀਵਾ। ਸ਼੍ਰੀ ਨਾਨਕ ਕੋ ਦਰਸ਼ਨ ਕੀਨ, ਅਸ ਸੇਵਾ ਮੈਂ ਬੁੱਢਾ ਪ੍ਰਵੀਨ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਉਹਨਾਂ ਦੇ ਬਚਨ ਮੰਨੇ ਹਨ, ਸਿੱਖੀ ਕਮਾਈ ਹੈ। ਇਸ ਕਰਕੇ ਇਹ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਝੋਲੀ ਦੇ ਵਿੱਚ ਪਈ। ਉਹਨਾਂ ਨੂੰ ਹੁਕਮ ਲਗਾਇਆ, ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸੀਸ ਦੇ ਉੱਪਰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਚਾਲੇ ਪਾਓ। ਆਪ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਚੌਰ ਬਰਦਾਰ ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਨੇ ਸਭ ਪੰਥ। ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪਹਿਲਾ ਮੁੱਖ ਵਾਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਸਰਵਣ ਕਰਵਾਇਆ। ਐਸਾ ਰਸ ਸੀ ਜੋ ਸੰਗਤ ਸੀ ਸੁਣ ਕੇ ਮੰਤਰ ਮੁਗਧ ਹੋ ਗਈ। ਕਿਉਂਕਿ ਸਾਧ ਸੰਗਤ ਜੀ ਹੋਵੇ ਕਿਉਂ ਨਾ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਵਾਕਈ ਜਦ ਗੁਰੂ ਬੋਲਦਾ ਹੈ ਨਾ, ਸਿੱਖਾਂ ਦੀਆਂ ਸਮਾਧੀਆਂ ਲੱਗ ਜਾਂਦੀਆਂ ਹਨ, ਸਿੱਖਾਂ ਦੇ ਸਰੀਰਾਂ ਦੇ ਵਿੱਚੋਂ ਚਰਨਾਟਾਂ ਛਿੜ ਜਾਂਦੀਆਂ ਹਨ ਜਦ ਸੰਗਤਾਂ ਗੁਰੂ ਦਾ ਹੁਕਮਨਾਮਾ ਸਰਵਣ ਕਰਦੀਆਂ ਹਨ। ਅੱਜ ਵੀ ਸਾਧ ਸੰਗਤ ਜੀ ਸੰਗਤਾਂ ਦੱਸਦੀਆਂ ਵੀ ਹਨ, ਫੋਨ ਵੀ ਆਉਂਦੇ ਹਨ ਵੀ ਜਦੋਂ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਸੁਣੀਦਾ ਹੈ ਨਾ, ਸਾਡੀ ਵੱਸ ਤੋਂ ਗੱਲ ਬਾਹਰ ਹੋ ਜਾਂਦੀ ਹੈ, ਰੋਮ ਰੋਮ ਦੇ ਵਿੱਚੋਂ ਚਰਨਾਟਾਂ ਛਿੜਦੀਆਂ ਹਨ, ਅੱਖਾਂ ਵਿਰਾਗ ਦੇ ਜਲ ਦੇ ਨਾਲ ਭਰ ਜਾਂਦੀਆਂ ਹਨ। ਘਰਾਂ ਦੇ ਵਿੱਚ ਹੀ ਬੈਠੀਆਂ ਸੰਗਤਾਂ ਦੇ ਮੀਡੀਏ ਰਾਹੀਂ ਭਾਵੇਂ ਸਰਵਣ ਕਰਦੀਆਂ ਹਨ। ਅੱਜ ਵੀ ਉਹੀ ਗੁਰੂ ਦੀਆਂ ਪਿਆਰ ਵਾਲੀਆਂ ਸੰਗਤਾਂ
ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਅਤੇ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਬੜੇ ਪਿਆਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਜੁੜੀਆਂ ਹੋਈਆਂ ਹਨ। ਇਹ ਮਹਿਸੂਸ ਕਰੀਦਾ ਹੈ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਾਲੋ ਜੀ, ਭਾਈ ਮੰਗਾ ਜੀ, ਦੋ ਪ੍ਰੇਮੀ ਸਨ ਗੁਰਸਿੱਖ। ਉਹਨਾਂ ਨੂੰ ਆਖਿਆ ਵੀ ਗੁਰਸਿੱਖੋ ਬਾਣੀ ਪੜ੍ਹਿਆ ਕਰੋ। ਆਖਿਆ ਬਾਣੀ ਪੜ੍ਹਨ ਦਾ ਬਹੁਤ ਭਾਰੀ ਲਾਭ ਹੈ। ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਲਾਭ ਹੈ? ਮਹਾਰਾਜ ਆਖਣ ਲੱਗੇ ਵੀ ਲੱਕੜਹਾਰਾ ਸਾਰਾ ਦਿਨ ਲੱਕੜਾਂ ਕੱਟਦਾ ਹੈ, ਫਿਰ ਕਹਿੰਦੇ ਉਹਨਾਂ ਨੂੰ ਵੇਚਦਾ ਹੈ, ਮਿਹਨਤ ਬਹੁਤ ਜ਼ਿਆਦਾ ਕਰਦਾ ਹੈ ਪਰ ਮੁਨਾਫਾ ਬਹੁਤ ਉਹਨੂੰ ਥੋੜਾ ਹੁੰਦਾ ਹੈ। ਪਰ ਕਹਿੰਦੇ ਉਸ ਦੇ ਮੁਕਾਬਲੇ ਦੇ ਵਿੱਚ ਜਿਹੜਾ ਇੱਕ ਜੌਹਰੀ ਹੈ ਨਾ, ਕੇਵਲ ਇੱਕ ਰਤਨ ਨੂੰ ਹੀ ਵੇਚ ਦਿੰਦਾ ਹੈ, ਉਹਦੀਆਂ ਕਈ ਪੁਸ਼ਤਾਂ ਦੇ ਕੋਲੋਂ ਧਨ ਨਹੀਂ ਮੁੱਕਦਾ ਹੈ। ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਉਤਸ਼ਾਹ ਨਾਲ ਜਿਹੜੀ ਬਾਣੀ ਪੜ੍ਹਨੀ ਹੈ, ਇਹ ਰਤਨਾਂ ਦਾ ਵਪਾਰ ਕਰਨਾ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਵਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਸੀ ਨਾ, ਭਾਈ ਨੰਦ ਲਾਲ ਜੀ ਦੇ ਨਾਲ ਬਚਨ ਕਰਦਿਆਂ ਹੋਇਆਂ, ਤੀਨ ਰੂਪ ਹੈ ਮੋਹੇ ਕੇ, ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਆਖਣ ਲੱਗੇ ਇੱਕ ਮੇਰਾ ਸਰੂਪ ਹੈ ਨਿਰਗੁਣ, ਜੋ ਚੱਕਰ ਚੇਨ ਤੋਂ ਰਹਿਤ ਹੈ, ਜੋ ਪਕੜ ਵਿੱਚ ਨਹੀਂ ਆਉਂਦਾ ਹੈ। ਔਰ ਵਿਸਥਾਰ ਦੇ ਨਾਲ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਦੂਸਰਾ ਮੇਰਾ ਸਰੂਪ ਗੁਰ ਸ਼ਬਦ ਹੈ। ਜਿਹੜੇ ਸਿੱਖ ਨੂੰ ਮੇਰੇ ਨਾਲ ਗੱਲਾਂ ਕਰਨ ਦੀ ਚਾਹ ਹੈ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇ, ਮੇਰੇ ਨਾਲ ਗੱਲਾਂ ਹੋਣਗੀਆਂ। ਸਤਿਗੁਰੂ ਹਾਜ਼ਰ ਨਾਜ਼ਰ ਹਨ। ਔਰ ਤੀਸਰਾ ਸਰੂਪ ਮਹਾਰਾਜ ਨੇ ਆਖਿਆ ਸੀ ਵੀ ਜਿਹੜਾ ਬਾਣੀ ਦੇ ਵਿੱਚ ਓਤ ਪੋਤ ਹੈ ਨਾ, ਤਾਣੇ ਪੇਟੇ ਦੀ ਤਰ੍ਹਾਂ, ਉਹ ਗੁਰਸਿੱਖ, ਉਹ ਖਾਲਸਾ ਜਿਹੜਾ ਹੈ ਨਾ, ਉਹਦੇ ਵਿੱਚ ਵੀ ਮੈਂ ਵਰਤਦਾ ਹਾਂ। ਤਿੰਨ ਰੂਪ ਕਲਗੀਧਰ ਪਾਤਸ਼ਾਹ ਜੀ ਨੇ ਦੱਸੇ ਸਨ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਵਿਸਥਾਰ ਕੀਤਾ ਹੈ। ਕਹਿੰਦੇ ਵੀ 5 ਨੇਮ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੱਸੇ। ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਦਾ ਅਭਿਆਸ ਕਰਨਾ। ਦੂਸਰਾ ਸੀ ਬਾਣੀ ਦਾ ਨਿਤਨੇਮ ਕਰਨਾ। ਤੀਸਰਾ ਸੀ ਗੁਰਦੁਆਰੇ ਜਾ ਕੇ ਬਾਣੀ ਸੁਣਨੀ। ਚੌਥਾ ਸੀ ਸ਼ਾਮ ਨੂੰ ਰਹਿ ਰਾਸ ਕਰਨੀ। ਪੰਜਵਾਂ ਸੀ ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਕਰਨਾ। 5 ਨੇਮ ਦੱਸੇ ਸਨ। ਮਹਾਰਾਜ ਨੇ ਆਖਿਆ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਣ ਲੱਗੇ, ਜਿਹੜਾ ਸਿੱਖ ਇੱਕ ਨੇਮ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਈ ਜਾਵੇਗਾ ਨਾ, ਉਹ ਜਮਾਂ ਦੇ ਵੱਸ ਦੇ ਵਿੱਚ ਨਹੀਂ ਪਵੇਗਾ, ਸੱਚਖੰਡ ਦੇ ਵਿੱਚ ਜਾਵੇਗਾ। ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਹੀ ਕਰ ਲਵੇ, ਨਿਤਨੇਮ ਹੀ ਨਾ ਟੁੱਟਣ ਦੇਵੇ।
ਰੋਜ਼ ਸੰਗਤ ਦੇ ਵਿੱਚ ਹੀ ਹਾਜ਼ਰੀ ਭਰੀ ਜਾਵੇ, ਸ਼ਾਮ ਨੂੰ ਰਹਿ ਰਾਸ ਹੀ ਸੁਣੀ ਜਾਵੇ, ਪੜ੍ਹੀ ਜਾਵੇ। ਸੌਣ ਲੱਗੇ ਸੋਹਿਲਾ ਸਾਹਿਬ ਵੀ ਕਰ ਲਵੇ, ਸੁਣ ਲਵੇ। ਜਿਹੜਾ ਇੱਕ ਨੇਮ ਕਰੇਗਾ ਉਹ ਜਮਾਂ ਦੇ ਵਸ ਵਿੱਚ ਨਹੀਂ ਪਵੇਗਾ। ਔਰ ਹੋਰ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਕਹਿੰਦੇ ਜਿਹੜਾ 5 ਨੇਮ ਨਿਭਾਵੇਗਾ ਉਹ 21 ਕੁਲਾਂ ਤਰਨਗੀਆਂ, ਉਹਦੀਆਂ ਕਈਆਂ ਦਾ ਉਧਾਰ ਕਰੇਗਾ। ਖੁੱਲੀਆਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਹਨ। ਲੋੜ ਹੈ ਸਤਿਗੁਰ ਦੀਆਂ ਬਖਸ਼ਿਸ਼ਾਂ ਨੂੰ ਸੰਭਾਲਣ ਦੀ। ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਹਨ। ਜੈਸੇ ਤਉ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਸਮੁੰਦਰ ਦੇ ਵਿੱਚ ਬੜੇ ਬੜੇ ਕੀਮਤੀ ਰਤਨ ਹਨ, ਹੰਸ ਪ੍ਰਾਪਤ ਕਰਦੇ ਹਨ, ਮਰ ਜੀਵੜੇ ਪ੍ਰਾਪਤ ਕਰਦੇ ਹਨ। ਨਾਮ ਬਾਣੀ ਦਾ ਅਭਿਆਸ ਕਰਨ ਦੀ 2 ਤਰ੍ਹਾਂ ਦੀ ਜੁਗਤ ਹੈ। ਇੱਕ ਕਾਮਨਾ ਦੇ ਨਾਲ, ਇੱਕ ਭਾਵਨਾ ਦੇ ਨਾਲ। ਇੱਕ ਇੱਛਾ ਸਹਿਤ, ਇੱਕ ਇੱਛਾ ਰਹਿਤ। ਭਾਈ ਵੀਰ ਸਿੰਘ ਜੀ ਨੇ ਵੀ ਬਚਨ ਲਿਖੇ ਹਨ ਗੁਰਮੁਖ ਸਿੱਖਿਆ ਦੇ ਵਿੱਚ। ਕਹਿੰਦੇ ਜੇ ਅਜੇ ਤੱਕ ਮਨ ਦੀ ਮੈਲ ਨਹੀਂ ਨਾ ਉਤਰਨੀ ਸ਼ੁਰੂ ਹੋਈ, ਸਮਝ ਲੈਣਾ ਚਾਹੀਦਾ ਹੈ ਵੀ ਅਸੀਂ ਨਾਮ ਬਾਣੀ ਦਾ ਅਭਿਆਸ ਇੱਛਾ ਰਹਿਤ ਨਹੀਂ ਕੀਤਾ ਹੋਵੇਗਾ। ਜ਼ਰੂਰ ਆਪਣੀਆਂ ਕਾਮਨਾਵਾਂ ਗੁਰੂ ਦੇ ਅੱਗੇ ਰੱਖੀਆਂ ਹੋਣਗੀਆਂ। ਇਹ ਤਾਂ ਕਦੇ ਮੁੱਕਣ ਵਾਲੀਆਂ ਹੈ ਹੀ ਨਹੀਂ ਸਾਰੀ ਜ਼ਿੰਦਗੀ। ਪੁੱਤ ਪੋਤਰੇ ਪੜੋਤੜਿਆਂ ਤੱਕ ਬੰਦਾ ਕੋਈ ਨਾ ਕੋਈ ਇੱਛਾਵਾਂ ਤਾਂ ਵੱਧਦੀਆਂ ਹੀ ਜਾਂਦੀਆਂ ਹਨ। ਹੁਣ ਉਹ ਕੰਮ ਹੋਣਾ ਚਾਹੀਦਾ ਹੈ, ਉਹ ਹੋਣਾ ਚਾਹੀਦਾ ਹੈ। ਇਹ ਤਾਂ ਇੱਕ ਮ੍ਰਿਗ ਤ੍ਰਿਸ਼ਨਾ ਹੈ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭਰਮ ਭਰਮ ਤੇ ਹੈਰਾਨੋ ਹੈ। ਸ਼ਾਂਤੀ ਨਹੀਂ ਮਿਲਦੀ ਹੈ। ਭਾਈ ਸਾਹਿਬ ਜੀ ਕਹਿੰਦੇ ਹੰਸਾਂ ਨੂੰ ਉਹ ਰਤਨ ਮਿਲਦੇ ਹਨ, ਮਰ ਜੀਵੜਿਆਂ ਨੂੰ ਮਿਲਦੇ ਹਨ ਜਿਹੜੇ ਇੱਛਾ ਸਹਿਤ ਨਾਮ ਜਪਣਗੇ। ਹਾਂ, ਇੱਕ ਗੱਲ ਇਹ ਜ਼ਰੂਰੀ ਹੈ, ਡੰਬੀਆਂ ਪਖੰਡੀਆਂ ਦੇ ਕੋਲ ਜਾਣ ਦੀ ਬਜਾਏ ਇੱਛਾ ਰਹਿਤ ਵੀ ਕੋਈ ਬਾਣੀ ਪੜ੍ਹ ਲਵੇ ਨਾ, ਇੱਛਾ ਦੇ ਸਹਿਤ ਵੀ ਕੋਈ ਨਾਮ ਜਪ ਲਵੇ, ਬਾਣੀ ਪੜ੍ਹ ਲਵੇ, ਉਹ ਫਿਰ ਵੀ ਦੂਸਰਿਆਂ ਨਾਲੋਂ ਕਰੋੜਾਂ ਗੁਣਾ ਚੰਗਾ ਹੈ। ਕਮ ਸੇ ਕਮ ਆਪਣੇ ਪੈਰਾਂ ਤੇ ਤਾਂ ਖੜਾ ਹੋਵੇਗਾ ਨਾ। ਉਹਨੂੰ ਇਹ ਨਹੀਂ ਜਣੇ ਖੜੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਵੀ ਮੇਰਾ ਫਲਾਣਾ ਕੰਮ ਨਹੀਂ ਹੋ ਰਿਹਾ ਜੀ, ਫਲਾਣਾ ਨਹੀਂ ਹੋ ਰਿਹਾ। ਉਹਦੇ ਸਾਰੇ ਕੰਮ ਹੋਣਗੇ। ਸਭ ਤੋਂ ਵੱਡਾ ਸਾਧਨ ਹੈ ਸਾਧ ਸੰਗਤ ਜੀ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਪਰ ਐਸਾ ਵੀ ਨਹੀਂ ਵੀ ਸਾਰੀ ਜ਼ਿੰਦਗੀ ਬੰਦਾ ਇੱਛਾ ਸਹਿਤ ਹੀ ਨਾਮ ਜਪੀ ਜਾਵੇ, ਇੱਛਾ ਸਹਿਤ ਹੀ ਬਾਣੀ ਪੜ੍ਹੇ। ਜੇ ਜੀਵਨ ਠੀਕ ਠਾਕ ਚੱਲੀ ਜਾਂਦਾ ਹੈ, ਖਾਣ ਨੂੰ ਰੋਟੀ ਮਿਲਦੀ ਹੈ, ਪਹਿਨਣ ਨੂੰ ਵਸਤਰ ਮਿਲਦੇ ਹਨ, ਰਹਿਣ ਨੂੰ ਘਰ ਹੈਗਾ ਹੈ, ਬਾਲ ਬੱਚੇ ਆਗਿਆਕਾਰ ਹਨ, ਤਾਂ ਫਿਰ ਇੱਛਾ ਰਹਿਤ ਹੀ ਨਾਮ ਜਪਣਾ ਚਾਹੀਦਾ ਹੈ। ਇੱਛਾ ਰਹਿਤ ਹੀ ਬਾਣੀ ਪੜ੍ਹਨੀ ਚਾਹੀਦੀ ਹੈ। ਭਗਤਾਂ ਨੇ ਆਖਿਆ ਨੇ ਐਸੇ ਘਰ ਹਮ ਬਹੁਤ ਵਸਾਏ। ਇਸ ਤਰ੍ਹਾਂ ਦੇ ਘਰ ਤਾਂ ਕਈ ਵਸਾ ਚੁੱਕੇ ਹਾਂ, ਹੁਣ ਕਿਰਪਾ ਕਰੋ, ਰਹਿਮਤ ਕਰੋ। ਕਹਿੰਦੇ ਕਿਨਾਰੇ ਕਿਨਾਰਿਆਂ ਤੇ ਜਿਵੇਂ ਸਿੱਪੀਆਂ ਮਿਲ ਜਾਂਦੀਆਂ ਹਨ, ਘੋਗੇ ਮਿਲ ਜਾਂਦੇ ਹਨ, ਸੰਖ ਮਿਲ ਜਾਂਦੇ ਹਨ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਇੱਛਾ ਸਹਿਤ ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਉਹ ਕੋਈ ਧਨ ਦੀ ਪ੍ਰਾਪਤੀ ਹੋ ਜਾਵੇਗੀ, ਕੋਈ ਪ੍ਰਭਤਾ ਮਿਲ ਜਾਵੇਗੀ, ਕੋਈ ਹੋਰ ਕੰਮ ਸਵਾਰੇ ਜਾਣਗੇ। ਇਹ ਇੰਜ ਹੈ ਜਿਵੇਂ ਕਿਨਾਰੇ ਕਿਨਾਰੇ ਤੇ ਪਈਆਂ ਹੋਈਆਂ ਚੀਜ਼ਾਂ ਦਾ ਮਿਲ ਜਾਣਾ। ਰਤਨ ਕਿਸ ਨੂੰ ਮਿਲਦੇ ਹਨ? ਗੁਰਬਾਣੀ ਦੇ ਵਿੱਚ ਬੜੇ ਬੜੇ ਰਤਨ ਵੀ ਹਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਸਮ ਸਥਾਨ ਕੇ ਸਮਾਨ ਕੌਣ ਭਉਨ ਕਹੋ, ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵਈ। ਕਹਿੰਦੇ ਜਪਦਿਆਂ ਜਪਦਿਆਂ ਜਦ ਕੋਈ ਇੱਛਾ ਰਹਿਤ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, 9 ਘਰਾਂ ਤੋਂ ਉਹ ਉੱਠ ਕੇ 10ਵੇਂ ਘਰ ਦੇ ਵਿੱਚ ਪਹੁੰਚ ਜਾਂਦਾ ਹੈ।
ਗੁਰਮੁਖ ਪ੍ਰਾਪਤ ਕਰਦਾ ਹੈ। ਕਹਿੰਦੇ ਹੋਰ ਕੋਈ ਨਹੀਂ ਪ੍ਰਾਪਤ ਕਰ ਸਕਦਾ। ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵੈ। ਫਿਰ ਕਹਿੰਦੇ ਉਨਮਨੀ ਜੋਤ ਪਟੰਤਰ ਦੀਜੈ, ਕੌਣ ਜੋਤ ਦਇਆ ਕੇ ਦਿਖਾਏ ਜਾਹੇ, ਤਾਹੀ ਬਨ ਆਵਈ। ਉਹ ਜੋ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ ਨਾ, ਗੁਰੂ ਪਰਮੇਸ਼ਰ, ਉਹਦੀਆਂ ਝਲਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੋ ਇੱਛਾ ਰਹਿਤ ਨਾਮ ਜਪਦਾ ਹੈ, ਇੱਛਾ ਰਹਿਤ ਬਾਣੀ ਪੜ੍ਹਦਾ ਹੈ। ਅਨਹਦ ਨਾਦ ਸੰਸਰ ਕੌਣ ਨਾਦ ਬਾਦ, ਸ੍ਰੀ ਗੁਰੂ ਸੁਨਾਵੇ ਜਾਹੇ, ਤਾਹੀ ਬਨ ਆਵਈ। ਬੜੇ ਬੜੇ ਕਹਿੰਦੇ ਵਾਜੇ ਗਾਜੇ ਹਨ ਸੰਸਾਰ ਦੇ ਵਿੱਚ, ਪਰ ਜਿਹੜੇ ਵਾਜੇ ਗਾਜੇ ਗੁਰਮੁਖ ਅੰਤਰ ਧਿਆਨ ਹੋ ਕੇ ਸੁਣਦੇ ਹਨ, ਜਿਹੜਾ ਇਲਾਹੀ ਕੀਰਤਨ ਗੁਰਮੁਖ ਅੰਤਰ ਧਿਆਨ ਹੋ ਕੇ ਸੁਣਦੇ ਹਨ, ਕਹਿੰਦੇ ਉਹਦੀ ਬਰਾਬਰੀ ਕਿੱਥੇ ਸੰਸਾਰ ਦੇ ਵਿੱਚ ਕੀਤੀ ਜਾ ਸਕਦੀ ਹੈ। ਨਿਜਰ ਪਾਰ ਧਾਰ ਤੁਲ ਨਾ ਅੰਮ੍ਰਿਤ ਰਸ, ਅਪਿਓ ਪੀਵਾਵੇ ਜਾਹੇ, ਤਾਹੀ ਮੈਂ ਸਮਾਵਈ। ਕਹਿੰਦੇ ਸੰਸਾਰ ਦੇ ਵਿੱਚ ਬੜੇ ਬੜੇ ਪਦਾਰਥ ਹਨ, ਬੜੇ ਬੜੇ ਰਸ ਹਨ, ਪਰ ਅੰਮ੍ਰਿਤ ਰਸ ਵਰਗਾ ਕਹਿੰਦੇ ਹੋਰ ਰਸ ਕਿੱਥੇ ਹੈ। ਸਤਿਗੁਰੂ ਜਿਨ੍ਹਾਂ ਨੂੰ ਚਖਾਵੇ ਉਹੀ ਚੱਖਦੇ ਹਨ। ਕਹਿੰਦੇ ਆਰਜੀ ਤੌਰ ਤੇ ਪਹਿਲਾਂ ਜਿਹੜੇ ਸੰਸਾਰ ਦੇ ਰਸ ਹਨ ਉਹ ਛੱਡਣੇ ਪੈਂਦੇ ਹਨ, ਫਿਰ ਬਾਅਦ ਵਿੱਚ ਪੱਕੇ ਤੌਰ ਤੇ ਛੁੱਟ ਜਾਂਦੇ ਹਨ। ਸ਼ੁਰੂ ਦੇ ਵਿੱਚ ਪੱਕੇ ਤੌਰ ਤੇ ਨਹੀਂ ਛੁੱਟਦੇ ਹਨ, ਇਹਨਾਂ ਨੂੰ ਆਰਜੀ ਛੱਡਣਾ ਪੈਂਦਾ ਹੈ। ਇਹ ਰਸ ਛਾੜੇ ਉਹ ਰਸ ਆਵਾ। ਪਹਿਲਾਂ ਮਹਾਰਾਜ ਕਹਿੰਦੇ ਇਹਨਾਂ ਰਸਾਂ ਨੂੰ ਆਰਜੀ ਤੌਰ ਤੇ ਛੱਡਿਆ, ਅਜੇ ਪੂਰੇ ਨਹੀਂ ਛੁੱਟੇ ਸਨ। ਕਹਿੰਦੇ ਉਹ ਜਦ ਪ੍ਰਾਪਤ ਹੋਇਆ, ਫਿਰ ਕਹਿੰਦੇ ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਦੋਂ ਉਹ ਰਸ ਪੀ ਲਿਆ, ਫਿਰ ਕਹਿੰਦੇ ਸੰਸਾਰ ਦੇ ਰਸ ਆਪੇ ਫਿੱਕੇ ਪੈ ਜਾਂਦੇ ਹਨ। ਵਿਦਵਾਨ ਪੁਰਸ਼, ਸਤਿਪੁਰਸ਼ ਇਸ ਢੰਗ ਦੇ ਨਾਲ ਵੀ ਸਮਝਾਇਆ ਜਾਂਦੇ ਹਨ। ਕੋਈ ਬੰਦਾ ਆਖੇ ਮੈਨੂੰ 1000 ਰੁਪਈਆ ਮਿਲ ਜਾਵੇ, 1000 ਮਿਲ ਜਾਵੇ, ਜੇ ਉਹਨੂੰ 10 ਕਰੋੜ ਮਿਲ ਜਾਵੇ ਜਾਂ 10 ਅਰਬ ਮਿਲ ਜਾਵੇ, ਉਹਦੇ ਵਾਸਤੇ 1000 ਦੀ ਕੀ ਵੈਲਿਊ ਹੈ? ਕੁਝ ਵੀ ਨਹੀਂ ਹੈ। ਬਸ ਬੰਦੇ ਭਰਮ ਕਰਕੇ, ਬੇਸਮਝੀ ਕਰਕੇ ਹੀ ਸੰਸਾਰ ਦੇ ਪਦਾਰਥਾਂ ਵੱਲ ਦੌੜਦਾ ਹੈ। ਜਿਹੜੀ ਰੂਹਾਨੀ ਦੁਨੀਆ ਹੈ, ਦਿਵ ਦੁਨੀਆ ਹੈ, ਉਹ ਸਾਧ ਸੰਗਤ ਜੀ ਬਾਹਰ ਦੀ ਦੁਨੀਆ ਦੇ ਨਾਲੋਂ ਕਰੋੜਾਂ ਗੁਣਾ ਜ਼ਿਆਦਾ ਸੁੰਦਰ ਹੈ, ਜ਼ਿਆਦਾ ਮਹਾਨ ਹੈ। ਇਹਦੇ ਮੁਕਾਬਲੇ ਤੇ ਕੁਝ ਵੀ ਨਹੀਂ। ਭਾਈ ਸਾਹਿਬ ਜੀ ਕਹਿੰਦੇ ਜੈਸੇ ਤਉ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਨ ਵਿਖੇ ਮਲਿਆਗਰ ਸੌਂਦਾ ਕਪੂਰ, ਸੋਧ ਕੇ ਸੁਬਾਸੀ ਸੁਬਾਸ ਬਿਹਸਾਵਈ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਰੇ ਹੀ ਪਦਾਰਥ ਹਨ, ਬੜੇ ਬੜੇ ਕੀਮਤੀ ਰਤਨ ਹਨ। ਦਾਸ ਨੇ ਅਰਜ ਕੀਤੀ ਹੈ, ਅੰਮ੍ਰਿਤ ਰਸ ਹੈ, ਇਲਾਹੀ ਕੀਰਤਨ ਹੈ, ਸਮਾਧ ਹੈ, ਸਾਰਾ ਕੁਝ ਹੈ। ਪਰ ਜੋ ਇੱਛਾ ਰਹਿਤ ਨਾਮ ਜਪਣਗੇ, ਇੱਛਾ ਰਹਿਤ ਬਾਣੀ ਪੜ੍ਹਨਗੇ, ਉਹਨਾਂ ਦੀ ਝੋਲੀ ਦੇ ਵਿੱਚ ਇਹ ਦਾਤਾਂ ਪੈ ਜਾਂਦੀਆਂ ਹਨ। ਇੱਕ ਬਾਣੀ ਪੜ੍ਹਨ ਦਾ ਹੀ ਬਹੁਤ ਲਾਭ ਹੈ। ਜਿਹੜਾ ਬਾਣੀ ਦਾ ਲੜੀਵਾਰ ਅਭਿਆਸ ਕਰਦੇ ਹਨ, ਉਹਨਾਂ ਨੂੰ ਤਾਂ ਹੋਰ ਵੀ ਬਹੁਤ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗੁਰਸਿੱਖ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ, ਐ ਪ੍ਰੇਮੀ ਨੂੰ ਛਾਇਆ ਹੋ ਗਈ ਹੈ, ਪ੍ਰੇਤ ਦਾ ਇਹਦੇ ਵਿੱਚ ਵਾਸਾ ਹੋ ਗਿਆ ਹੈ।
ਇਹ ਦਾਸ ਜ਼ਰੂਰ ਅਰਜ਼ ਕਰ ਦੇਵੇ ਵੀ 99% ਸਿਰਫ ਵਹਿਮ ਭਰਮ ਪਖੰਡ ਹੀ ਹਨ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਕੁਝ ਹੈ ਹੀ ਨਹੀਂ ਹੈ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਕੁਝ ਚੰਗੇ ਲੋਕ ਹੁੰਦੇ ਹਨ, ਕੁਝ ਮਾੜੇ ਹੁੰਦੇ ਹਨ, ਇਸੇ ਤਰ੍ਹਾਂ ਸੂਖਸ਼ਮ ਦੁਨੀਆ ਦੇ ਵਿੱਚ ਵੀ ਕੁਝ ਚੰਗੀਆਂ ਆਤਮਾਵਾਂ ਹੁੰਦੀਆਂ ਹਨ, ਕੁਝ ਮਾੜੀਆਂ ਹੁੰਦੀਆਂ ਹਨ। ਹੈਗਾ ਜ਼ਰੂਰ ਹੈ, ਪਰ ਇਹ ਵੀ ਕਿਹਾ ਜਾ ਸਕਦਾ ਵੀ 99% ਲੋਕ ਵਹਿਮਾਂ ਭਰਮਾਂ ਦਾ ਹੀ ਸ਼ਿਕਾਰ ਹੋ ਜਾਂਦੇ ਹਨ, ਹੁੰਦਾ ਕੁਝ ਵੀ ਨਹੀਂ ਹੈ। ਸਾਰੀਆਂ ਗੱਲਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਮਹਾਰਾਜ ਜੀ ਨੇ ਬਚਨ ਕੀਤੇ ਸਨ, ਸੋ ਨਾ ਪੜਗੁ ਹੋਤ ਜਪ ਰਸਨਾ, ਜਿਨੋ ਕੰਠ ਤਿਨ ਪਰ ਕਸ ਬਸਨਾ। ਕਹਿੰਦੇ ਇਹ ਤਕਲੀਫ ਇਹਨੂੰ ਤਾਂ ਹੋਈ ਹੈ ਕਿਉਂਕਿ ਇਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ। ਹੁਣ ਕਲਗੀਧਰ ਪਾਤਸ਼ਾਹ ਨੇ ਤਾਂ ਹੋਰ ਬਖਸ਼ਿਸ਼ਾਂ ਕਰ ਦਿੱਤੀਆਂ, ਸਿੱਖ ਨੂੰ ਆਖਿਆ ਪੰਜਾਂ ਬਾਣੀਆਂ ਦਾ ਨਿਤਨੇਮ ਕਰ, ਚੜ੍ਹਦੀ ਕਲਾ ਰਹੇਗੀ। ਪੰਜ ਬਾਣੀਆਂ ਦੇ ਨਿਤਨੇਮ ਤੋਂ ਬਗੈਰ ਘਰ ਦੇ ਵਿੱਚੋਂ ਆਪਣਾ ਪੈਰ ਬਾਹਰ ਨਾ ਕੱਢ, ਜਿੱਧਰ ਵੀ ਜਾਣਾ ਹੈ ਨਿਤਨੇਮ ਕਰਕੇ ਜਾ, ਤੇਰੀ ਹਰ ਮੈਦਾਨ ਫਤਿਹ ਹੋਵੇਗੀ, ਚੜ੍ਹਦੀ ਕਲਾ ਹੋਵੇਗੀ, ਗੁਰੂ ਦਾ ਹੱਥ ਹੋਵੇਗਾ। ਮਹਾਰਾਜ ਕਹਿੰਦੇ ਸੋ ਨਾ ਪੜਗ ਹੋਤ ਜਪ ਰਸਨਾ, ਜਿਨੋ ਕੰਠ ਤਿਨ ਪਰ ਕਸ ਬਸਨਾ। ਜਿਨ੍ਹਾਂ ਨੂੰ ਜਪਜੀ ਸਾਹਿਬ ਜਿਨ੍ਹਾਂ ਦੇ ਕੰਠ ਦੇ ਵਿੱਚ ਹੈ, ਜਿਹੜੇ ਪੜ੍ਹਦੇ ਹਨ ਜਪਦੇ ਹਨ, ਉਹਨਾਂ ਨੂੰ ਕਹਿੰਦੇ ਇਸ ਤਰ੍ਹਾਂ ਦੀ ਕੋਈ ਤਕਲੀਫ ਹੋ ਹੀ ਨਹੀਂ ਸਕਦੀ ਹੈ। ਅੱਜ ਸਾਧ ਸੰਗਤ ਜੀ ਕਿੰਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਪਸਾਰਾ ਪਸਰਿਆ ਹੋਇਆ ਹੈ, ਲੋਕ ਕਿੰਨੀਆਂ ਤਕਲੀਫਾਂ ਦਾ ਸ਼ਿਕਾਰ ਹਨ, ਡੰਬੀਆਂ ਪਖੰਡੀਆਂ ਦੇ ਕੋਲ ਜਾਂਦੇ ਹਨ, ਸ਼ਿਕਾਰ ਹੋ ਜਾਂਦੇ ਹਨ, ਧਨ ਦਾ ਹਰ ਪ੍ਰਕਾਰ ਦਾ ਆਪਣਾ ਨੁਕਸਾਨ ਕਰਵਾਉਂਦੇ ਹਨ। ਜੇ ਆਖਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਕਰ ਲਿਆ ਕਰੋ, ਕਹਿੰਦੇ ਨਹੀਂ ਜੀ ਇਹ ਸਾਡੇ ਕੋਲ ਨਹੀਂ ਹੁੰਦਾ। ਧੱਕੇ ਖਾਣੇ ਮਨਜ਼ੂਰ ਹਨ, ਜਪਜੀ ਸਾਹਿਬ ਕਰਨਾ ਮਨਜ਼ੂਰ ਨਹੀਂ। ਮਹਾਰਾਜ ਨੇ ਤਾਂ ਬੜਾ ਆਸਾਨ ਰਸਤਾ ਦੱਸਿਆ ਸੀ। ਹੋਰ ਵੀ ਮਹਾਰਾਜ ਜੀ ਨੇ ਬਚਨ ਕੀਤੇ, ਸਿੱਖ ਗੁਰੂ ਕਾ ਹੋਏ ਗਇਓ, ਜਪਜੀ ਕੰਠ ਨਾ ਕੀਨ। ਕਹਿੰਦੇ ਨਾਮ ਤਾਂ ਧਰਾਇਆ ਵੀ ਮੈਂ ਗੁਰੂ ਦਾ ਸਿੱਖ ਹਾਂ, ਜਪਜੀ ਸਾਹਿਬ ਕੰਠੀ ਨਹੀਂ ਕੀਤੀ, ਯਾਦ ਹੀ ਨਹੀਂ ਕੀਤਾ ਪਾਠ। ਤੰਦੁਲ ਤੁਖ ਬਿਨ ਕਾਮ ਕੇ ਐਸੇ ਨਰ ਕੋ ਚੀਨ। ਕਹਿੰਦੇ ਜਿਵੇਂ ਝੋਨੇ ਦੇ ਕੇਵਲ ਛਿੱਲੜੀ ਹੋਣ, ਫੋਕੜੀ ਹੋਣ, ਵਿੱਚ ਚੌਲ ਹੋਣ ਹੀ ਨਾ। ਕਹਿੰਦੇ ਇਹ ਇਸ ਤਰ੍ਹਾਂ ਦੀ ਸਿੱਖੀ ਹੈ, ਕੇਵਲ ਦਿਖਾਵੇ ਦੀ ਸਿੱਖੀ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ ਹੈ, ਫੋਕੜਾਂ ਦੀ ਤਰ੍ਹਾਂ ਹੀ ਹੈ। ਸਿੱਖ ਦੀ ਤਾਂ ਚੜ੍ਹਦੀ ਕਲਾ ਹੈ ਹਮੇਸ਼ਾ ਹੀ, ਜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ, ਬਾਣੀ ਦੇ ਨਾਲ ਜੁੜੇ, ਸਿਮਰਨ ਦੇ ਨਾਲ ਜੁੜੇ। ਕੋਈ ਪਿੱਠ ਨਹੀਂ ਲਗਾ ਸਕਦਾ ਹੈ ਸਿੱਖ ਦੀ, ਗੁਰੂ ਦਾ ਹੱਥ ਬਣਿਆ ਰਹਿੰਦਾ ਹੈ। ਪਰ ਮਹਾਰਾਜ ਕਹਿੰਦੇ ਇਹ ਫੋਕੜ ਹੀ ਹਨ, ਚੌਲਾਂ ਤੋਂ ਬਗੈਰ ਫੱਕ ਹੀ ਹੈ, ਜੇਕਰ ਕਹਿੰਦੇ ਇਹਨੇ ਜਪਜੀ ਸਾਹਿਬ ਕੰਠ ਨਹੀਂ ਕੀਤੀ ਹੈ ਤਾਂ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਨਾਲ ਜੋੜਿਆ। ਸਾਧ ਸੰਗਤ ਜੀ, ਬਾਣੀ ਗਿਆਨ ਰੂਪ ਵੀ ਹੈ, ਬਾਣੀ ਨਾਮ ਰੂਪ ਵੀ ਹੈ। ਬਾਣੀ ਨਾਮ ਜਪਣ ਦੀ ਪ੍ਰੇਰਣਾ ਵੀ ਦਿੰਦੀ ਹੈ। ਬਾਣੀ ਦੇ ਇੱਕ ਇੱਕ ਅੱਖਰ ਦੇ ਵਿੱਚ ਲਿਖਿਆ ਹੋਇਆ ਹੈ, ਨਾਮ ਜਪੋ, ਨਾਮ ਜਪੋ, ਨਾਮ ਜਪੋ। ਕਈ ਐਸੇ ਐਸੇ ਮਹਾਤਮਾ ਹੋਏ, ਪੁੱਗੀਆਂ ਹੋਈਆਂ ਰੂਹਾਂ ਹੋਈਆਂ ਸਾਡੇ ਸਿੱਖ ਜਗਤ ਦੇ ਵਿੱਚ, ਜਿਨ੍ਹਾਂ ਨੇ ਸਿਮਰਨ ਬਹੁਤ ਕੀਤਾ। ਕਈ ਐਸੀਆਂ ਐਸੀਆਂ ਵੀ ਰੂਹਾਂ ਹੋਈਆਂ ਜਿਨ੍ਹਾਂ ਨੇ ਬਾਣੀ ਬਹੁਤ ਪੜ੍ਹੀ। ਅੱਜ ਕੱਲ੍ਹ ਕੰਟਰੋਵਰਸੀ ਜ਼ਿਆਦਾ ਚੱਲਦੀ, ਵੀ ਕਿਸੇ ਨੂੰ ਨੀਵਾਂ ਵਿਖਾਉਣਾ ਹੈ, ਕਿਸੇ ਦੀ ਭੰਡਣਾ ਹੈ, ਨਿੰਦਾ ਕਰਨੀ ਹੈ। ਜੇਕਰ ਆਪਾਂ ਨੇਕ ਨੀਅਤ ਦੇ ਨਾਲ ਚੱਲ ਪਈਏ ਨਾ, ਸਾਨੂੰ ਖੂਬੀਆਂ ਲੱਭਣੀਆਂ ਸ਼ੁਰੂ ਹੋ ਜਾਣਗੀਆਂ, ਗੁਣ ਲੱਭਣੇ ਸ਼ੁਰੂ ਹੋ ਜਾਣਗੇ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਅਤੇ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਸਾਹਿਬ ਵਾਲੇ, ਉਹਨਾਂ ਦੋਨਾਂ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ।
ਸੰਤ ਸੁੰਦਰ ਸਿੰਘ ਜੀ ਨੇ ਆਖਿਆ ਵੀ ਤੁਸੀਂ ਅੰਤਰਮੁਖ ਕਿਵੇਂ ਹੁੰਦੇ ਹੋ। ਨਿਸ਼ਾਨਾ ਮਸਲਾ ਤਾਂ ਇਹੀ ਹੈ ਨਾ ਵੀ ਬੰਦੇ ਦੀ ਸੁਰਤ ਜੁੜ ਜਾਵੇ। ਮਸਲਾ ਤਾਂ ਜੁੜਨਾ ਹੀ ਆ ਨਾ, ਹੋਰ ਕੀ ਮਸਲਾ ਹੈ। ਭਾਵੇਂ ਕੋਈ ਸਾਧਨ ਕਰ ਲਵੇ, ਕੋਈ ਸਾਧਨ ਕਰ ਲਵੇ, ਗੱਲ ਤਾਂ ਜੁੜਨ ਦੀ ਹੈ ਨਾ। ਇੱਕ ਦੂਸਰੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਹੈ, ਵਿੱਚੋਂ ਹੱਲ ਕੱਢਣਾ ਚਾਹੀਦਾ ਹੈ, ਤੱਤ ਕੱਢਣਾ ਚਾਹੀਦਾ ਹੈ। ਸੰਤ ਸੁੰਦਰ ਸਿੰਘ ਜੀ ਨੇ ਆਖਿਆ ਸਿੱਧੇ ਲਫ਼ਜ਼ਾਂ ਦੇ ਵਿੱਚ ਦਾਸ ਕਹਿ ਦੇਵੇ ਤੁਸੀਂ ਜੁੜਦੇ ਕਿਵੇਂ ਹੋ, ਸਮਾਧੀ ਵਿੱਚ ਕਿਵੇਂ ਜਾਂਦੇ ਹੋ। ਸੰਤ ਅੰਤਰ ਸਿੰਘ ਜੀ ਆਖਣ ਲੱਗੇ ਵੀ ਮਹਾਂਪੁਰਸ਼ੋ ਅਸੀਂ ਤਾਂ ਵਾਹਿਗੁਰੂ 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 ਕਰਦੇ ਹੀ ਸਾਡੀ ਸਮਾਧੀ ਲੱਗ ਜਾਂਦੀ ਹੈ, ਅੰਤਰ ਧਿਆਨ ਹੋ ਜਾਂਦੇ ਆ। ਫਿਰ ਸੰਤ ਅਦਰ ਸਿੰਘ ਜੀ ਨੇ ਸਵਾਲ ਕੀਤਾ ਸੰਤ ਸੁੰਦਰ ਸਿੰਘ ਜੀ ਨੂੰ, ਆਖਣ ਲੱਗੇ ਮਹਾਂਪੁਰਸ਼ੋ ਤੁਸੀਂ ਕਿਵੇਂ ਅੰਤਰ ਧਿਆਨ ਹੁੰਦੇ ਹੋ। ਕਿਉਂਕਿ ਹੈਗੇ ਦੋਵੇਂ ਹੀ ਸੰਤ ਹਨ, ਦੋਵੇਂ ਬ੍ਰਹਮ ਗਿਆਨੀ ਹਨ, ਕਿਸੇ ਦੇ ਵਿੱਚ ਵੀ ਕਮੀ ਨਹੀਂ ਹੈ, ਪਰ ਸਾਧਨ ਅਲੱਗ-ਅਲੱਗ ਹਨ। ਸੰਤ ਸੁੰਦਰ ਸਿੰਘ ਜੀ ਆਖਣ ਲੱਗੇ ਅਸੀਂ ਬਾਣੀ ਪੜ੍ਹਦਿਆਂ ਅਸੀਂ ਬਾਣੀ ਦੇ ਵਿੱਚ ਲੀਨ ਹੋ ਜਾਂਦੇ ਹਾਂ, ਉਦੋਂ ਹੀ ਅੰਤਰ ਧਿਆਨ ਹੋ ਜਾਂਦੇ ਹਾਂ। ਦੋਨਾਂ ਹੀ ਇੱਕ ਦੂਸਰੇ ਦੀ ਤਾਰੀਫ ਕੀਤੀ। ਜਿਹੜੇ ਨਾਮ ਜਪਣ ਵਾਲੇ ਹਨ ਉਹ ਕਹਿੰਦੇ ਹਨ 2.5 ਘੰਟੇ ਰੋਜ਼ ਸਿਮਰਨ ਕਰੋ। ਜਿਹੜੇ ਬਾਣੀ ਪੜ੍ਹਨ ਵਾਲੇ ਸਨ ਉਹਨਾਂ ਨੇ ਕਿਹਾ, ਸੰਤ ਸੁੰਦਰ ਸਿੰਘ ਜੀ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਸਾਡੇ ਜਥੇ ਵਿੱਚ ਰਹਿਣਾ ਹੈ ਘੱਟ ਤੋਂ ਘੱਟ 5 ਗ੍ਰੰਥੀ ਦਾ ਨਿਤਨੇਮ ਕਰੇ, ਨਹੀਂ ਤੇ ਆਪਣੇ ਘਰ ਨੂੰ ਚਲਿਆ ਜਾਵੇ। ਬਾਣੀ ਗਿਆਨ ਰੂਪ ਵੀ ਹੈ, ਬਾਣੀ ਨਾਮ ਰੂਪ ਵੀ ਹੈ, ਇਹਦੇ ਵਿੱਚੋਂ ਆਪਾਂ ਸੇਧ ਵੀ ਲੈਣੀ ਹੈ। ਕਿਉਂਕਿ ਇਹ ਨਹੀਂ ਵੀ ਪੜ੍ਹੀ ਜਾਓ ਅਤੇ ਇਹਦੇ ਵਿੱਚ ਜੋ ਭਾਵ ਰੱਖੇ ਹਨ ਉਹਦੇ ਵੱਲ ਧਿਆਨ ਨਾ ਦਿਓ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਫਰਮਾਇਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਾਧ ਸੰਗਤ ਜੀ, ਜਿਹੜਾ ਰਾਗੀ ਹੈ, ਢਾਡੀ ਹੈ, ਕਵੀਸ਼ਰ ਹੈ, ਗ੍ਰੰਥੀ ਹੈ, ਗਿਆਨੀ ਹੈ, ਕਥਾਵਾਚਕ ਹੈ, ਕਮ ਸੇ ਕਮ ਨਾਮ ਬਾਣੀ ਦਾ ਉਹ ਤਾਂ ਅਭਿਆਸੀ ਹੋਣਾ ਜ਼ਰੂਰੀ ਹੈ ਨਾ। ਕਿਉਂਕਿ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ, ਔਰ ਨ ਕਹਾਂ ਉਪਦੇਸ਼ਤ ਹੈ ਪਸ਼, ਤੋਹੇ ਪ੍ਰਬੋਧ ਨਾ ਲਾਗੋ। ਦੂਸਰਿਆਂ ਨੂੰ ਕੀ ਉਪਦੇਸ਼ ਦਿੰਦਾ ਹੈ, ਆਪਣੇ ਆਪ ਨੂੰ ਤਾਂ ਤੂੰ ਪ੍ਰਬੋਧਿਆ ਨਹੀਂ ਹੈ, ਆਪ ਤਾਂ ਉਹਨਾਂ ਗੱਲਾਂ ਤੇ ਪਹਿਰਾ ਦਿੰਦਾ ਨਹੀਂ ਹੈ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਬਚਨ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਅੰਕਿਤ ਕੀਤੇ ਹਨ। ਜਿਵ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੇ ਕਬਹੂ ਨ ਲਾਗੇ ਪਿਆਰੇ। ਇਹ ਨਹੀਂ ਵੀ ਜਦੋਂ ਜੀ ਕੀਤਾ ਰਹਿ ਰਾਸ ਕਰ ਲਈ, ਜਦੋਂ ਜੀ ਕੀਤਾ ਬਾਕੀ ਬਾਣੀ ਪੜ੍ਹ ਲਈ, ਇਸ ਤਰ੍ਹਾਂ ਨਹੀਂ। ਕਹਿੰਦੇ ਨੇਮ ਦੇ ਨਾਲ ਪੜ੍ਹੋ। ਆਪਾਂ ਆਪਣੇ ਘਰ ਦੇ ਕੰਮ, ਕੋਈ ਡਿਊਟੀ ਕਰਦਾ ਹੈ, ਕਹਿੰਦਾ ਜੀ 9 ਵਜੇ ਹਾਜ਼ਰੀ ਲਾਉਣੀ ਹੈ, ਲੇਟ ਨਹੀਂ ਹੋਣਾ। ਇਸੇ ਤਰ੍ਹਾਂ ਸਾਧ ਸੰਗਤ ਜੀ ਬਾਣੀ ਦਾ ਵੀ ਨੇਮ ਹੈ, ਰਹਿ ਰਾਸ ਦਾ ਸਮਾਂ ਹੈ। ਰਹਿ ਰਾਸ ਬਿਨਾਂ ਸਮਾਂ ਜੋ ਖੋਵੈ, ਰਹਿਤਨਾਮਿਆਂ ਦੇ ਵਿੱਚ ਬਚਨ ਹਨ, ਗੱਲਾਂ ਹੀ ਕਰੀ ਜਾਵੇ। ਧਿਆਨ ਹੋਵੇ ਸਿੱਖ ਦਾ, ਸਮਾਂ ਹੋ ਗਿਆ ਹੈ, ਜਿੱਥੇ ਵੀ ਹੋਵੇ ਰਹਿ ਰਾਸ ਸ਼ੁਰੂ ਕਰ ਦੇਵੇ। ਗੁਰੂ ਦੀ ਖੁਸ਼ੀ ਲੈਣੀ ਹੈ ਤਾਂ, ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ। ਮਹਾਰਾਜ ਕਹਿੰਦੇ ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੇ ਕਬੂ ਨ ਲਾਗੇ ਪਿਆਰੇ, ਤਥਾ ਪ੍ਰੇਮ ਧਰੋ ਗੁਰਬਾਣੀ,
ਪੜੋ ਸੁਣੋ ਪ੍ਰੀਤ ਰੁਚ ਠਾਨੀ। ਪਿਆਰ ਦੇ ਨਾਲ ਬਾਣੀ ਪੜ੍ਹਨੀ ਹੈ, ਉਤਸ਼ਾਹ ਦੇ ਨਾਲ ਪੜ੍ਹਨੀ ਹੈ, ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਮਾਲਕ ਜੀ ਬੜੀ ਕਿਰਪਾ ਕੀਤੀ, ਮੈਨੂੰ ਇਹ ਸਬੱਬ ਬਣਾਇਆ ਹੈ ਬਾਣੀ ਪੜ੍ਹਨ ਦਾ। ਫਿਰ ਮਹਾਰਾਜ ਜੀ ਨੇ ਹੋਰ ਵੀ ਬਚਨ ਕੀਤੇ, ਕਿਆ ਗੁਰ ਕਹੈ ਕਰੈ ਹਮ ਕਹਾਂ। ਕਹਿੰਦੇ ਆਪਣੇ ਆਪੇ ਦੀ ਪੜਚੋਲ ਵੀ ਕਰਨੀ ਹੈ। ਜੇ ਮਹਾਰਾਜ ਨੇ ਆਖਿਆ ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਅਸੀਂ ਮਾੜੇ ਲੋਕਾਂ ਨਾਲ ਕਿਧਰੇ ਨਫ਼ਰਤ ਨਹੀਂ ਕਰਦੇ। ਜੇ ਤਾਂ ਜੀਵਨ ਬਾਣੀ ਦੇ ਅਨੁਸਾਰ ਚੱਲ ਰਿਹਾ ਹੈ ਫਿਰ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜੇ ਕਮੀਆਂ ਹਨ ਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਮਹਾਰਾਜ ਇਹ ਕਮੀਆਂ ਹਨ ਕੱਢ ਦਿਓ, ਕਿਰਪਾ ਕਰੋ। ਮਹਾਰਾਜ ਨੇ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿਧਰੇ ਅਸੀਂ ਪਰਾਇਆ ਹੱਕ ਤਾਂ ਨਹੀਂ ਖਾ ਰਹੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਨਿਰਾ ਨਹੀਂ ਲਿਖਿਆ ਕਿਰਤ ਕਰਨੀ, 52 ਬਚਨਾਂ ਦੇ ਵਿੱਚ ਲਿਖਿਆ ਕਿਰਤ ਧਰਮ ਦੀ ਕਰਨੀ। ਫਿਰ ਦੂਸਰੇ ਨੰਬਰ ਤੇ ਦਸਵੰਧ ਦੀ ਗੱਲ ਕੀਤੀ ਹੈ। ਜੇ ਧਰਮ ਦੀ ਕਿਰਤ ਨਹੀਂ, ਜਿੰਨਾ ਮਰਜੀ ਦਾਨ ਪੁੰਨ ਕਰੀ ਜਾਓ। ਸਾਧ ਸੰਗਤ ਜੀ ਮਹਾਰਾਜ ਫਰਮਾਉਂਦੇ ਹਨ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਕਹਿੰਦੇ ਐਸਾ ਮਸਾਲਾ ਤਾਂ ਹੈਗਾ ਹੈ ਜਿਹੜਾ ਸਖਤ ਤੋਂ ਸਖਤ ਮਾਸ ਨੂੰ ਗਾਲ ਦਿੰਦਾ ਹੈ, ਪਰ ਕਹਿੰਦੇ ਇਹੋ ਜਿਹਾ ਕੋਈ ਸਾਧਨ ਨਹੀਂ, ਇਹੋ ਜਿਹਾ ਕੋਈ ਧਰਮ ਨਹੀਂ ਜਿਹੜਾ ਪਾਪ ਦੀ ਕਮਾਈ ਨੂੰ ਧਰਮ ਦੀ ਕਮਾਈ ਦੇ ਵਿੱਚ ਬਦਲ ਦੇਵੇ, ਕਨਵਰਟ ਕਰ ਦੇਵੇ। ਇਹੋ ਜਿਹਾ ਕੋਈ ਧਰਮ ਨਹੀਂ ਹੈਗਾ। ਧਰਮ ਦੀ ਕਿਰਤ ਕਰਨੀ ਹੈ। ਮਹਾਰਾਜ ਨੇ ਤਾਂ ਸਿਧਾਂਤ ਹੀ ਬੜਾ ਸੋਹਣਾ ਬਣਾਇਆ। ਤੇਰੇ 10 ਰੁਪਈਏ 10 ਲੱਖ ਵਰਗੇ ਹਨ ਜੇ ਤੂੰ ਧਰਮ ਦੀ ਕਿਰਤ ਦੇ ਵਿੱਚੋਂ ਦੇਵੇਂ ਤਾਂ। ਕੋਈ ਫਰਕ ਨਹੀਂ ਹੈ, ਕੋਈ 10 ਲੱਖ ਭੇਟਾ ਕਰ ਰਿਹਾ ਹੈ, ਜੇ ਉਹਦਾ ਦਸਵੰਧ ਬਣਦਾ ਹੈ ਉਹਨਾਂ ਤੇਰੇ 10 ਵੀ ਉਹਦੀ ਬਰਾਬਰੀ ਕਰ ਰਹੇ ਹਨ। ਮਨ ਦੇ ਵਿੱਚ ਕਿਧਰੇ ਹੀਣ ਭਾਵਨਾ ਨਾ ਲਿਆਵੇਂ ਵੀ ਮੈਂ ਥੋੜੀ ਭੇਟਾ ਕਰ ਰਿਹਾ ਹਾਂ। ਕਿਰਤ ਧਰਮ ਦੀ ਕਰਨੀ ਹੈ। ਵੱਡੇ ਵੱਡੇ ਸ਼ਾਹੂਕਾਰ ਵੀ ਕਿਰਤ ਧਰਮ ਦੀ ਕਰ ਸਕਦੇ ਹਨ, ਐਸੀ ਗੱਲ ਨਹੀਂ ਹੈ। ਬੀਜ ਨਾਸ਼ ਨਹੀਂ ਹੁੰਦਾ ਹੈ ਕਿਧਰੇ ਵੀ। ਇਸ ਕਰਕੇ ਮਹਾਰਾਜ ਨੇ ਆਖਿਆ ਵੀ ਕਿਆ ਗੁਰ ਕਹੈ ਕਰੈ ਹਮ ਕਹਾਂ। ਕਈ ਵਾਰੀ ਕਹਿੰਦੇ ਬੰਦੇ ਨੂੰ ਵਾਦੀਆਂ ਮੁੱਢਦੀਆਂ ਪਈਆਂ ਹੁੰਦੀਆਂ ਹਨ, ਛੁੱਟਦੀਆਂ ਨਹੀਂ ਹਨ। ਸੰਸਾਰ ਦੇ ਕਮੀਆਂ ਨੇ ਤਾਂ ਕਹਿ ਦਿੱਤਾ ਵੀ ਛੁੱਟਦੀਆਂ ਹੀ ਨਹੀਂ ਹਨ। ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਜੀ, ਭਾਵੇਂ ਕੱਟੀਏ ਪੋਰੀਆ ਪੋਰੀਆ ਜੀ, ਪਰ ਸਤਿਗੁਰੂ ਨਾਨਕ ਨਹੀਂ ਇਹਨਾਂ ਵਾਰਸ ਸ਼ਾਹ ਦੀ ਗੱਲ ਦੇ ਨਾਲ ਸਹਿਮਤ। ਮਹਾਰਾਜ ਕਹਿੰਦੇ ਐਸੀ ਗੱਲ ਨਹੀਂ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਤੇਰੇ ਪਾਪ 1 ਸਾਲ ਦੇ ਹੋਣ, 10 ਸਾਲਾਂ ਦੇ ਹੋਣ ਜਾਂ 10 ਜਨਮਾਂ ਦੇ ਹੋਣ, ਜੇ ਤੂੰ ਸਿਮਰਨ ਕਰਨ ਲੱਗ ਪਵੇਂਗਾ ਨਾ, ਨੇਕ ਨੀਅਤ ਰੱਖੇਗਾ, ਤੇਰੇ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇਗਾ, ਸਾਰੇ ਦਗਧ ਹੋ ਜਾਣਗੇ। ਧਰਮ ਦੀ ਦੁਨੀਆ ਜਿਵੇਂ ਨੀਅਤ ਦਾ ਬਹੁਤ ਵੱਡਾ ਰੋਲ ਹੈ। ਸ਼ੇਖ ਫਰੀਦ ਜੀ ਨੇ ਆਖਿਆ ਨਾ, ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ। ਕਹਿੰਦੇ ਮੈਂ ਕੱਪੜੇ ਪਾੜ ਲਵਾਂ, ਲੀਰਾਂ ਪਾ ਲਵਾਂ ਆਪਣੇ ਗਲ ਦੇ ਵਿੱਚ, ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਮਹਾਰਾਜ ਕਹਿੰਦੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੈ ਜੇ ਨੀਅਤ ਰਾਸ ਕਰੇ। ਰੱਬ ਤਾਂ ਆਪਣੇ ਪਿਆਰੇ ਨੂੰ ਆਪ ਲੱਭਦਾ ਫਿਰਦਾ ਹੈ, ਰੱਬ ਨੂੰ ਲੱਭਣ ਦੀ ਜ਼ਰੂਰਤ ਨਹੀਂ, ਉਹ ਆਪੇ ਘਰ ਦੇ ਵਿੱਚ ਆਉਂਦਾ ਹੈ। ਨੀਅਤ ਚੰਗੀ ਬਣਾਉਣ ਦੀ ਜ਼ਰੂਰਤ ਹੈ।
ਮਹਾਰਾਜ ਕਹਿੰਦੇ ਜੇ ਇੱਕਦਮ ਨਹੀਂ ਨਾ ਮਨ ਸਹੀ ਰਸਤੇ ਤੇ ਆਉਂਦਾ, ਗੁਰੂ ਰਾਮਦਾਸ ਜੀ ਦੇ ਬਚਨ ਹਨ, ਬਾਣੀ ਦੇ ਦੁਆਰਾ ਜੋ ਸਿੱਖਿਆ ਦਿੱਤੀ ਗਈ ਹੈ, ਕਿਉ ਗੁਰ ਕਹੈ ਕਰੇ ਹਮ ਕਹਾਂ। ਮਹਾਰਾਜ ਕਹਿੰਦੇ ਸਨੈ ਸਨੈ ਮਨ ਮੋਰੋ ਮਹਾ। ਹੌਲੀ ਹੌਲੀ ਮਨ ਨੂੰ ਮੋੜ ਲੈਣਾ ਚਾਹੀਦਾ ਹੈ। ਮਨ ਦੀਆਂ ਵਾਗਾਂ ਜ਼ਿਆਦਾ ਢਿੱਲੀਆਂ ਨਹੀਂ ਛੱਡਣੀਆਂ ਚਾਹੀਦੀਆਂ ਹਨ। ਇੱਕ ਦਿਨ ਐਸਾ ਆ ਜਾਵੇਗਾ, ਜਿਵੇਂ ਆਪਾਂ ਘਰ ਦੇ ਵਿੱਚ ਗੰਦਗੀ ਨੂੰ ਉਸੇ ਵਕਤ ਹੀ ਹੂੰਜ ਕੇ ਬਾਹਰ ਸੁੱਟ ਦਿੰਦੇ ਆ ਨਾ, ਗੁਰਮੁਖਾਂ ਦੇ ਜੀਵਨ ਵਿੱਚ ਵੀ ਇੱਕ ਦਿਨ ਐਸਾ ਆ ਜਾਂਦਾ ਹੈ, ਇੱਕ ਸੈਕਿੰਡ ਵਾਸਤੇ ਵੀ ਅੰਦਰ ਮਾੜਾ ਵਿਚਾਰ ਨਹੀਂ ਟਿਕ ਸਕੇਗਾ, ਉਸੇ ਵਕਤ ਬਾਹਰ ਸੁੱਟ ਦੇਣਗੇ। ਗੁਰਸਿੱਖਾਂ ਦੀ ਇਸ ਤਰ੍ਹਾਂ ਦੀ ਭਾਵਨਾ ਬਣ ਜਾਵੇਗੀ, ਐ ਮਨਾ ਤੂੰ ਆਪਣਾ ਮਨ ਮੈਲਾ ਕਿਉਂ ਕਰਦਾ ਹੈ, ਉਸੇ ਵੇਲੇ ਬਾਹਰ ਕੱਢ ਦੇਣਗੇ। ਸਨੇ ਸਨੇ ਮਨ ਮੋਰੋ ਮਹਾ। ਪਰ ਸ਼ੁਰੂਆਤ ਹੌਲੀ ਹੌਲੀ ਤੋਂ ਕਰਨੀ ਪੈਂਦੀ ਹੈ, ਇੱਕਦਮ ਇਸ ਤਰ੍ਹਾਂ ਦਾ ਜੀਵਨ ਨਹੀਂ ਬਣਦਾ ਹੈ। ਰਾਖੀ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਜੋ ਸ਼ਬਦ ਦੇ ਵਿੱਚ ਭਾਵ ਰੱਖੇ ਹਨ, ਉਹਨਾਂ ਦੀ ਬਾਰ ਬਾਰ ਪਿਆਰ ਦੇ ਨਾਲ ਵਿਚਾਰ ਕਰਨੀ ਹੈ। ਸਾਧ ਸੰਗਤ ਜੀ, ਗਿਆਨ ਅਤੇ ਜੋ ਨਾਮ ਹਨ, ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਜੇ ਆਪਾਂ ਸ਼ੁਭ ਕਰਮ ਕਰਾਂਗੇ, ਚੰਗੇ ਕਰਮ ਕਰਾਂਗੇ, ਮਾਲਕ ਕਿਰਪਾ ਕਰਕੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲਾ ਪਾ ਦੇਣਗੇ, ਸਿਮਰਨ ਪਾ ਦੇਣਗੇ। ਸਿਮਰਨ ਦੇ ਵਿੱਚ ਵਾਧਾ ਹੋਵੇਗਾ, ਬਾਣੀ ਦੇ ਵਿੱਚ ਵਾਧਾ ਹੋਵੇਗਾ। ਜੇ ਕਰਮ ਮਲੀਨ ਹੋਣਗੇ ਨਾ, ਬੰਦਾ ਆਖੇਗਾ ਨਹੀਂ ਮੇਰਾ ਤਾਂ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ। ਜੀ ਕਿੱਥੋਂ ਕਰਨਾ ਹੈ, ਕਰਮ ਹੀ ਐਸੇ ਮੈਲੇ ਹਨ। ਔਰ ਜਿਹੜਾ ਬੰਦਾ ਨਾਮ ਜਪੇਗਾ ਨਾ, ਸਹਿਜੇ ਸਹਿਜੇ ਉਹਦੇ ਕਰਮ ਪਵਿੱਤਰ ਹੁੰਦੇ ਜਾਣਗੇ। ਇਹ ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਨਾਮ ਅਤੇ ਗਿਆਨ। ਨਾਮ ਬਾਣੀ ਦਾ ਅਭਿਆਸ ਕਰਨਾ ਅਤੇ ਚੰਗੇ ਕਰਮ ਕਰਨੇ, ਦੋਨੇ ਇੱਕ ਦੂਜੇ ਨੂੰ ਬਲ ਦਿੰਦੇ ਹਨ, ਤਾਕਤ ਦਿੰਦੇ ਹਨ। ਦੋਵੇਂ ਪਾਸੇ ਹਮਲਾ ਮਾਰਨਾ ਚਾਹੀਦਾ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮਹਾਰਾਜ ਨੇ ਜਿਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ, ਬਚਨ ਕੀਤੇ ਸਨ, ਸ੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਥਾਨ ਸਮੈ ਸਭ ਨਾਂ ਦਰਸੈ ਹੈ। ਮਹਾਰਾਜ ਨੇ ਮੁੱਢ ਤੋਂ ਹੀ ਸਾਨੂੰ ਸ਼ਬਦ ਦੇ ਨਾਲ ਹੀ ਜੋੜਿਆ ਹੈ। ਉਹਨਾਂ ਆਖਿਆ ਸੀ ਨਾ, ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ। ਮਹਾਰਾਜ ਨੇ ਆਖਿਆ ਸੀ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਦੇ ਨਾਲ ਜੋੜਿਆ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਹੁ ਰਾਨੰ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਸ੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਥਾਨ ਸਮੈ ਸਭ ਨਾਂ ਦਰਸੈ ਹੈ। ਗ੍ਰੰਥ ਹਿਰਦਾ ਗੁਰ ਕੋ ਜੈ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਗੁਰੂ ਗ੍ਰੰਥ ਸਾਹਿਬ ਜੀ ਮੇਰਾ ਹਿਰਦਾ ਹਨ, ਸਾਰੇ ਸਮਿਆਂ ਦੇ ਵਿੱਚ ਹਾਜ਼ਰ ਨਾਜ਼ਰ ਰਹਿਣ ਵਾਲੇ ਹਨ। ਇੱਥੋਂ ਤੱਕ ਆਪਣੇ ਸਰੀਰ ਨਾਲੋਂ ਵੀ ਵੱਧ ਮਾਣ ਦਿੱਤਾ। ਮੇਰੇ ਸਰੀਰ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਦਾਬ ਕਹੈ ਹੈ। ਜਿਸ ਵਕਤ ਸੁਖ ਆਸਣ ਕਰਨਾ ਸੀ, ਬੇਨਤੀ ਕੀਤੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਿੱਥੇ ਹੋਵੇ। ਆਖਿਆ ਜਿਸ ਕੋਠੇ ਦੇ ਵਿੱਚ ਅਸੀਂ ਵਿਸ਼ਰਾਮ ਕਰਦੇ ਸੀ, ਉਸ ਕੋਠੇ ਦੇ ਵਿੱਚ ਨਵਾਂ ਪਲੰਘਾ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖ ਆਸਣ ਕੀਤਾ ਜਾਵੇ। ਸਿੱਖਾਂ ਆਖਿਆ ਮਹਾਰਾਜ ਤੁਹਾਡਾ ਆਸਣ ਕਿੱਥੇ ਹੋਵੇ। ਮਹਾਰਾਜ ਕਹਿੰਦੇ ਸਾਡਾ ਭੂਮ ਆਸਣ ਕਰ ਦਿਓ, ਭੁੰਜੇ ਆਸਣ ਕਰ ਦਿਓ। ਇਹ ਜ਼ਰੂਰੀ ਹਨ ਗੱਲਾਂ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਸੁਖ ਆਸਣ ਹੋਵੇ, ਉੱਥੇ ਕਦੇ ਉੱਚੀ ਜਗ੍ਹਾ ਤੇ ਨਹੀਂ ਬਹਿਣਾ ਚਾਹੀਦਾ, ਹਮੇਸ਼ਾ ਨੀਵੀਂ ਜਗ੍ਹਾ ਤੇ ਬਹਿਣਾ ਚਾਹੀਦਾ ਹੈ।
ਮਹਾਰਾਜ ਨੇ ਕੇਵਲ ਆਖਿਆ ਨਹੀਂ, ਕਰਕੇ ਵਿਖਾਇਆ ਹੈ। ਜਿਵੇਂ ਅਧਿਆਪਕ ਪੂਰਨੇ ਆਪ ਪਾ ਕੇ ਦੱਸਦਾ ਹੈ ਨਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਜ਼ਾਦਾ ਆਪ ਕਾਇਮ ਕੀਤੀ। ਮੇਰੇ ਸਰੀਰ ਤੇ ਜਾਂਤ ਹੈ ਦੀਰਘ, ਸਾਹਿਬ ਜਾਨ ਅਦਾਬ ਕਹੈ ਹੈ। ਪੂਜੋ ਚੰਦਨ ਕੇਸਰ ਕੋ ਘਸ, ਧੂਪ ਤੁਖੈ ਕੈ ਫੂਲ ਚੜ੍ਹੈ ਹੈ। ਜਿੱਥੇ ਸਿੱਖ ਨੇ ਬਾਣੀ ਪੜ੍ਹਨੀ ਹੈ, ਬਾਣੀ ਸੁਣਨੀ ਹੈ, ਬਾਣੀ ਵਿਚਾਰਨੀ ਹੈ, ਬਾਣੀ ਦੇ ਭਾਵਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ, ਉੱਥੇ ਸਾਧ ਸੰਗਤ ਜੀ ਸਿੱਖ ਨੇ ਸ਼ਬਦ ਗੁਰੂ ਦਾ ਸਨਮਾਨ ਵੀ ਕਰਨਾ ਹੈ। ਇਹ ਵੀ ਬੜਾ ਜ਼ਰੂਰੀ ਹੈ। ਮਹਾਰਾਜ ਦਾ ਹੁਕਮ ਹੈ ਸਨਮਾਨ ਕਰਨ ਦਾ। ਐਸੇ ਐਸੇ ਸਤਿਪੁਰਸ਼ਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ, ਜਿਨ੍ਹਾਂ ਦੇ ਬੜੇ ਉੱਤਮ ਵਿਚਾਰ ਸਨ। ਭਗਤ ਜਨਾਂ ਵੀ ਉਹਨਾਂ ਨੇ ਵੀ ਹਾਜ਼ਰੀ ਲਗਵਾਈ। 15 ਭਗਤ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਆਏ ਸਨ, ਕਿਉਂਕਿ ਸਾਧ ਸੰਗਤ ਜੀ ਜਿੱਥੇ ਵੀ ਕੋਈ ਕਿਸੇ ਨਿਰਮਲ ਆਤਮਾ ਨੂੰ ਯਾਦ ਕਰਦਾ ਹੈ, ਉੱਥੇ ਉਹ ਹਾਜ਼ਰ ਹੁੰਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਵੀ ਦਰਜ ਕੀਤੀ। ਭਗਤ ਸੂਰਦਾਸ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ, ਇੱਕ ਪੰਕਤੀ ਦੇ ਵਿੱਚ ਹੀ ਬਹੁਤ ਸਾਰਾ ਸਿਧਾਂਤ ਸਮਝਾ ਦਿੱਤਾ। ਛਾੜ ਮਨ ਹਰ ਵਿਮੁਖਨ ਕੋ ਸੰਗ। ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਵਾਹਿਗੁਰੂ ਤੋਂ ਟੁੱਟਿਆਂ ਹੋਇਆਂ ਦਾ ਸੰਗ ਛੱਡ ਦੇ। ਨਿੰਦਕਾਂ ਦਾ, ਟੁੱਟਿਆਂ ਦਾ, ਗੁਰੂ ਨਿੰਦਕਾਂ ਦਾ, ਧਰਮ ਦੋਖੀਆਂ ਦਾ ਸੰਗ ਛੱਡ ਦੇ, ਵਰਨਾ ਸਹਿਜੇ ਸਹਿਜੇ ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਤੂੰ ਵੀ ਉਹਨਾਂ ਵਰਗਾ ਬਣ ਜਾਵੇਂਗਾ। ਜਿਨ੍ਹਾਂ ਦੇ ਸਿਧਾਂਤ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੇ ਸਨ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਬੋਲਾਂ ਨੂੰ ਮਹਾਰਾਜ ਨੇ ਬਾਣੀ ਦਾ ਦਰਜਾ ਨਹੀਂ ਦਿੱਤਾ। ਆਖਿਆ ਇਹ ਕੀਰਤਨੀ ਹੈ, ਇਹ ਧੁਰਕੀ ਨਹੀਂ ਹੈ, ਤੁਹਾਡੀ ਦਿਮਾਗ ਦੀ ਕਿਰਤ ਹੈ। ਕੀਰਤਨੀ ਦੇ ਵਿੱਚ ਅਤੇ ਧੁਰਕੀ ਬਾਣੀ ਦੇ ਵਿੱਚ ਫਰਕ ਹੁੰਦਾ ਹੈ। ਜੈਸੇ ਅਨੁਚਰ ਨਰਪਤ ਕੀ ਪਛਾਨੈ ਭਾਖਾ, ਬੋਲਤ ਬਚਨ ਖਿਨ ਬੂਝੇ ਬਿਨ ਦੇਖ ਹੀ। ਨੌਕਰ ਰਾਜੇ ਦੀ ਬੋਲੀ ਨੂੰ ਪਹਿਚਾਣ ਲੈਂਦਾ ਹੈ। ਜੈਸੇ ਤੋ ਜੌਹਰੀ ਪਰਖ ਜਾਣਤ ਹੈ ਰਤਨ ਕੀ, ਪੇਖਤ ਹੀ ਕਹੈ ਖੋਟੋ ਖਰੋ ਬੁਰੋ ਲੇਖ ਹੀ। ਜੈਸੇ ਖੀਰ ਨੀਵੀਰ ਕੋ ਨਿਬੇਰੋ ਕਰ ਜਾਣੈ ਹੰਸ, ਰਾਖੀਏ ਮਿਲਾਏ ਭਿੰਨ ਭਿੰਨ ਕੈ ਸਰੇਖ ਹੀ। ਕਹਿੰਦੇ ਤੈਸੇ ਗੁਰ ਸ਼ਬਦ ਸੁਨਤ ਪਹਿਚਾਨੈ ਸਿੱਖ, ਆਣ ਬਾਣੀ ਕੀਰਤਨੀ ਨਾ ਗਨਤ ਹੈ ਲੇਖ ਹੀ। ਉਹਨੇ ਆਖਿਆ ਸੀ ਨਾ ਕਾਨੇ ਨੇ, ਉਹੀ ਰੇ ਮੈਂ ਉਹੀ ਰੇ, ਮੈਂ ਉਹੋ ਹੀ ਰੱਬ ਹਾਂ ਜਿਹਨੂੰ ਲੋਕ ਲੱਭਦੇ ਫਿਰਦੇ ਹਨ। ਠੀਕ ਹੈ, ਥੋੜ੍ਹੀ ਬਹੁਤੀ ਕਿਧਰੇ ਝਲਕ ਮਿਲ ਗਈ ਹੋਵੇਗੀ, ਪਰ ਸਾਧ ਸੰਗਤ ਜੀ ਇੰਨਾ ਵੀ ਆਸਾਨ ਰਸਤਾ ਨਹੀਂ ਹੈ। ਮਹਾਂਪੁਰਸ਼ਾਂ ਦੀ ਕਈ ਜਨਮਾਂ ਦੀ ਕਮਾਈ ਹੁੰਦੀ ਹੈ, ਫੇਰ ਕਿਧਰੇ ਜਾ ਕੇ ਮਿਲਾਪ ਹੁੰਦਾ ਹੈ। ਕੱਚੇ ਪਿੱਲੇ ਜਿਹੜੇ ਹਨ ਬੜੀ ਜਲਦੀ ਦਾਅਵਾ ਕਰ ਦਿੰਦੇ ਹਨ ਵੀ ਅਸੀਂ ਬਹੁਤ ਵੱਡੇ ਬਣ ਗਏ ਹਾਂ, ਬਹੁਤ ਮਹਾਨ ਹੋ ਗਏ ਹਾਂ। ਇਹਨਾਂ ਨੇ ਵੀ ਇਹ ਦਾਅਵਾ ਕੀਤਾ ਸੀ ਵੀ ਅਸੀਂ ਵੀ ਭਗਤ ਹਾਂ, ਆਪਣੇ ਆਪ ਦਾ ਭਗਤ ਹੋਣ ਦਾ ਦਾਅਵਾ ਕੀਤਾ ਸੀ। ਅੱਜ ਵੀ ਕਈ ਸੰਤ ਹੋਣ ਦਾ ਦਾਅਵਾ ਕਰਦੇ ਹਨ, ਕਈ ਗੁਰੂ ਹੋਣ ਦਾ ਦਾਅਵਾ ਕਰਦੇ ਹਨ, ਕਈ ਰਾਬੀ ਹੋਣ ਦਾ ਦਾਅਵਾ ਕਰਦੇ ਹਨ। ਸੱਚਾਈ ਇਹ ਹੈ ਵੀ ਅਜੇ ਉਹ ਸਿੱਖ ਵੀ ਨਹੀਂ ਬਣੇ ਹਨ। ਸਿੱਖੀ ਦੀ ਦਾਤ ਵੀ ਕੋਈ ਛੋਟੀ ਦਾਤ ਨਹੀਂ ਹੈ। ਸਿੱਖੀ ਦੀ ਪਦਵੀ ਕੋਈ ਛੋਟੀ ਪਦਵੀ ਨਹੀਂ ਹੈ, ਬੜੀ ਮਹਾਨ ਪਦਵੀ ਹੈ। ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਹਨ, ਉੱਚੀ ਦੁਕਾਨ ਫੀਕਾ ਪਕਵਾਨ ਵਾਲੀ ਗੱਲ ਬਣ ਜਾਂਦੀ ਹੈ, ਬਸ ਦਾਅਵੇ ਹੀ ਰਹਿ ਜਾਂਦੇ ਹਨ। ਨਾ ਉਹਨਾਂ ਦੇ ਪੱਲੇ ਕੁਝ ਹੁੰਦਾ ਹੈ, ਨਾ ਲੋਕਾਂ ਦੇ ਪੱਲੇ ਕੁਝ ਪੈਂਦਾ ਹੈ। ਮਹਾਰਾਜ ਨੇ ਆਖਿਆ ਜੇ ਆਪਣਾ ਭਲਾ ਚਾਹੁੰਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੋ, ਫਿਰ ਭਲਾ ਹੋਵੇਗਾ।
ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਸਾਨੂੰ ਇਹ ਹੁਕਮ ਹੀ ਲਗਾ ਦਿੱਤਾ। ਕਈ ਵਾਰੀ ਮਹਾਰਾਜ ਦੇ ਬਚਨ ਆਉਂਦੇ ਹਨ ਦਸਮ ਬਾਣੀ ਦੇ ਵਿੱਚ, ਆਪਣੇ ਆਪ ਨੂੰ ਕੀਟ ਆਖਦੇ ਹਨ, ਦਾਸ ਆਖਦੇ ਹਨ, ਪਰ ਜਦ ਬਾਣੀ ਦੀ ਗੱਲ ਆਈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆਈ, ਉਦੋਂ ਮਹਾਰਾਜ ਨੇ ਕੋਈ ਬੇਨਤੀ ਨਹੀਂ ਕੀਤੀ, ਕੋਈ ਕੀਟ ਨਹੀਂ ਆਖਿਆ, ਕੋਈ ਦਾਸ ਨਹੀਂ ਆਖਿਆ, ਸਿੱਧੀ ਆਗਿਆ ਕੀਤੀ ਹੈ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਜਿਹੜਾ ਵਾਹਿਗੁਰੂ ਜੀ ਦੇ ਨਾਲ ਮਿਲਣਾ ਚਾਹੁੰਦਾ ਹੈ, ਬਾਣੀ ਪੜ੍ਹੇ, ਬਾਣੀ ਸੁਣੇ, ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵੇ। ਕਈ ਸਤਿਪੁਰਸ਼ਾਂ ਦਾ ਤਾਂ ਇਸ ਤਰ੍ਹਾਂ ਵੀ ਵਿਸ਼ਵਾਸ ਹੈ, ਕਹਿੰਦੇ ਸਿੱਧਾ ਵੀ ਨਾਮ ਅਭਿਆਸ ਕਰਨ ਦੀ ਜ਼ਰੂਰਤ ਨਹੀਂ, ਤੁਸੀਂ ਬਾਣੀ ਦੇ ਨਾਲ ਜੁੜੋ, ਨਾਮ ਆਪੇ ਚੱਲ ਪਵੇਗਾ। ਮਹਾਰਾਜ ਨੇ ਬਾਣੀ ਦੁਆਰਾ ਦੱਸਿਆ ਵੀ ਹੈ, ਇਹ ਬਾਣੀ ਜੋ ਜੀਉ ਜਾਣੈ ਕੀ ਕਲਾ ਵਰਤੇਗੀ, ਕਹਿੰਦੇ ਤਿਸ ਅੰਤਰ ਰਵੈ ਹਰ ਨਾਮਾ, ਉਹਨਾਂ ਦੇ ਰੋਮ ਰੋਮ ਦੇ ਵਿੱਚ ਨਾਮ ਵਸ ਜਾਵੇਗਾ। ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਕਰਨ ਦੀ ਵੀ ਬਹੁਤ ਭਾਰੀ ਜ਼ਰੂਰਤ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਛੂ ਨਾ ਜਾਣੀ। ਮਹਾਰਾਜ ਨੇ ਬਚਨ ਕੀਤੇ ਸਨ ਸਤਵੇਂ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਜੀ ਨੇ, ਰਹੀ ਚਿਕਨਤਾ ਠੀਕਰ ਮਾਹੇ, ਤੈਸੇ ਰਹਿ ਗੁਰਬਾਣੀ ਮਨ ਮਾਹੇ। ਜਿਵੇਂ ਠੀਕਰੀ ਦੇ ਵਿੱਚ ਚਿਕਨਾਈ ਰਹਿ ਗਈ ਹੈ, ਇਸ ਤਰ੍ਹਾਂ ਜਿਹੜੇ ਰੋਜ਼ ਨਿਤਨੇਮ ਕਰਨਗੇ, ਜਿਹੜੇ ਰੋਜ਼ ਬਾਣੀ ਪੜ੍ਹਨਗੇ, ਉਹਨਾਂ ਦੇ ਅੰਦਰ ਵੀ ਬਾਣੀ ਦੀ ਤਰੌਤ ਜਿਹੜੀ ਹੈ ਨਾ ਉਹ ਵਸ ਜਾਵੇਗੀ, ਕਦੇ ਖਤਮ ਹੋਣ ਵਾਲੀ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦਾ ਦਿਹਾੜਾ ਮਨਾਉਂਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਮਹਾਰਾਜ ਜੀ ਨੇ ਸਪਸ਼ਟ ਲਿਖਿਆ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨਨ। ਬਉਰਾਨਨ ਤਾਂ ਭਾਵ ਵੀ ਕਮਲਿਆਂ ਦੇ ਵਾਂਗ ਲੋਕ ਤੁਰੇ ਫਿਰਦੇ ਹਨ ਸ਼ਬਦ ਦੇ ਨਾਲ ਜੁੜਨ ਤੋਂ ਬਗੈਰ। ਆਓ ਸਾਰੇ ਸ਼ਬਦ ਗੁਰੂ ਦੇ ਨਾਲ ਜੁੜੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੀਏ। ਜਿਨ੍ਹਾਂ ਹੋਰ ਮਤਾਂ ਵਾਲਿਆਂ ਨੇ ਵੀ ਬਾਣੀ ਪੜ੍ਹੀ, ਅਕਸ਼ਵਾਰ ਹੋ ਗਏ, ਨਿਹਾਲ ਹੋ ਗਏ, ਮੰਤਰ ਮੁਗਧ ਹੋ ਗਏ। ਆਪਾਂ ਇਹ ਖਜ਼ਾਨੇ ਨੂੰ ਜਿਹੜਾ ਮਹਾਰਾਜ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਕਿਉਂ ਵਿਸਾਰੀਏ। ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜੋ ਜੋ ਬਾਣੀ ਦੇ ਵਿੱਚ ਸਿਧਾਂਤ ਆਏ ਹਨ, ਨਸ਼ਿਆਂ ਦੇ ਸੰਬੰਧ ਦੇ ਵਿੱਚ ਵੀ ਬਚਨ ਆਏ ਹਨ, ਸਾਬਤ ਸੂਰਤ ਦੇ ਸੰਬੰਧ ਵਿੱਚ ਵੀ ਬਚਨ ਆਏ ਹਨ, ਹੋਰ ਵੀ ਜਿਹੜੇ ਇਨਸਾਨੀਅਤ ਦੇ ਅਸੂਲ ਹਨ ਉਹ ਗੁਰਬਾਣੀ ਦੇ ਵਿੱਚ ਉਹਨਾਂ ਦਾ ਬਾਰੰਬਾਰ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸੱਜੀਏ, ਨਾਮ ਬਾਣੀ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਦਾ ਮਾਣ ਪ੍ਰਾਪਤ ਜੋ ਉਹਨਾਂ ਨੂੰ ਹੋਇਆ, ਉਸ ਦਿਹਾੜੇ ਦੀ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਸਤਿਗੁਰ ਸਭਨਾਂ ਦੇ ਉੱਪਰ ਮਿਹਰਾਮਤ ਕਰਨ, ਸਭਨਾਂ ਨੂੰ ਆਪਣੇ ਦਰੋਂ ਕਰੋ ਨਾਮਦਾਨ, ਸਿੱਖੀ ਸਿਦਕ ਭਰੋਸਾ, ਅੰਮ੍ਰਿਤ ਵੇਲਾ, ਨਿਤਨੇਮ, ਸਿਮਰਨ ਦੀਆਂ ਦਾਤਾਂ ਝੋਲੀ ਦੇ ਵਿੱਚ ਪਾਉਣ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।